छे पौड़ियां तो बाद अगला पाठ आपां आरंभ करांगे जी। श्लोक महला तीजा। कर्म धर्म सब बंधना, पाप पुण्य संबंध, ममता मोह सुबंधना, पुत्र कलत्र सुतंद। जहाँ देखा तहाँ जे करी, माया का संबंध, नानक सच्चे नाम बिन, बर्तन बरतै अंध। महला चौथा। अंधे चानन तांथिय, जान सतगुर मिलै रजाए, बंधन तोड़ै सच वसै, अज्ञान अंधेरा जाए। सब किश देखै दिसै का, जिन किया तन साज, नानक शरण करतार की, करता राखै लाज। पौड़ी। जदों आपे ठाठ किया वह करतै, तदों पुछ ना सेवक किया, तदों क्या को लेवै क्या को देवै, जां अवर न दूजा किया। फिर आपे जग तो पाया करता है, दान सबना को दिया, आपे सेव बनाई नाम, गुरमुख आपे अमृत पिया। आप निरंकार आकार है आपे, आपे करै सो किया। श्लोक महला तीजा। विश्राम ठीक करो। आप निरंकार आकार है आपे, आपे करै सो किया। हाँ ठीक है। श्लोक महला तीजा। गुरमुख प्रभ सेवै सद साचा, अन दिन सहज प्यार, सदा आनंद गावै गुण साजे, अर्थ उर्ध पुरतार। अंतर प्रीतम वसया, तुर कर्म लिखिया करतार, नानक आप मिलायन आपे कृपा धार। महला तीजा। कहें कथें न पाइयै, अन दिन रहै सदा गुण गाए, बिन कर्मै किन न पायो, भौंक मोए बिल लाए। गुर कै शब्द मन तन भिजै, आप वसै मन आए, नानक नदरी पाइयै, आपे लय मिलाए। पौड़ी। आपे वेद पुराण सब शास्त्र, आप कथै आप कीजै, आपे ही है पूजे करता, आप प्रपंच करीजै। आप परवेत आप निर्वेदी, आपे अकथ पतीजै, आपे पुण्य सब आप कराए, आप अलिप्त वर्तीजै। आपे सुख दुख देवै करता, आपे बख्श करीजै। श्लोक महला तीजा। शेखा अंदरों जोर छड़ तू, भौ काल झल गवाए, गुर कै भै कीते निस्तरे, भै विच निर्भव पाए। मन कठोर शब्द भेद तू, शांत वसै मन आए, शांति विच कार कमावणी, सा खसम पाए ठाए। नानक काम क्रोध किनै ना पायो, पुछो ज्ञानी जाए। महला तीजा। इस श्लोक ਦਾ ਜਿਹੜਾ ਆਪਾਂ ਪਾਠ ਸ਼ਰਵਣ ਕਰ ਰਹੇ ਹਾਂ, ਇਹਦੇ 'ਚ ਸਤਿਗੁਰੂ ਜੀ ਨੇ ਇੱਕ ਧਾਰਮਿਕ ਵਿਅਕਤੀ ਨੂੰ ਸਾਹਮਣੇ ਰੱਖ ਕੇ ਸ਼ਲੋਕ ਉਚਾਰਨ ਕੀਤਾ ਹੈ। ਮੈਂ ਇੱਧਰ ਸ਼ਬਦਾਰਥ ਵਿੱਚ ਵੀ ਦੇਖ ਰਿਹਾ ਸਾਂ, ਜੇ ਤੁਹਾਡੇ ਕੋਲ ਹੈ ਤੇ ਆਪ ਜੀ ਦਰਸ਼ਨ ਕਰਿਓ। ਪਹਿਲਾ ਸ਼ਲੋਕ ਗੋਇੰਦਵਾਲ ਦੇ ਇੱਕ ਸ਼ੇਖ ਜਾਤੀ ਦੇ ਈਰਖਈ ਮੁਸਲਮਾਨ ਪ੍ਰਥਾਏ ਉਚਾਰਿਆ ਗਿਆ।
ਇਸ ਸ਼ੇਖ ਨੂੰ ਹੋਰ ਉਪਦੇਸ਼ ਸੋਰਠ ਕੀ ਵਾਰ 11ਵੀਂ ਪੌੜੀ ਦੇ ਸ਼ਲੋਕ ਵਿੱਚ ਹੋਇਆ। ਸਤਿਗੁਰੂ ਜੀ ਦੇ ਇਸ ਸ਼ਲੋਕ ਦੀ ਵਿਆਖਿਆ ਕਰਦਿਆਂ ਆਖਦੇ ਨੇ, ਹੱਠ ਗੁੱਸਾ ਆਦਿ ਛੱਡ ਕੇ ਭਉ ਅਤੇ ਸ਼ਾਂਤੀ ਵਾਲਾ ਸੁਭਾਅ ਬਣਾਉਣ ਨਾਲ ਹਰੀ ਦੇ ਪਾਸੇ ਦੀ ਲਗਨ ਲੱਗ ਸਕਦੀ ਹੈ। ਤੋ ਸਤਿਗੁਰੂ ਜੀ ਨੇ ਇਸ ਸ਼ਲੋਕ ਦੇ ਵਿੱਚ ਇੱਕ ਧਾਰਮਿਕ ਵਿਅਕਤੀ ਨੂੰ ਸਾਹਮਣੇ ਰੱਖ ਕੇ, ਕਿਉਂਕਿ ਸ਼ਬਦ ਵਰਤਿਆ ਜਾ ਰਿਹਾ ਸ਼ੇਖ, ਤਾਂ ਸ਼ੇਖ ਸ਼ਬਦ ਬੜਾ ਸਤਿਕਾਰ ਵਾਲਾ ਇਸਲਾਮ ਦੇ ਅੰਦਰ ਹੈ। ਸਤਿਗੁਰੂ ਜੀ ਨੇ ਇਸਲਾਮ ਦੇ ਉਸ ਸ਼ੇਖ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਕਿ ਇਹ ਠੀਕ ਹੈ ਤੂੰ ਸ਼ੇਖ ਕਹਾਉਣਾ ਹੈ, ਇਹ ਠੀਕ ਹੈ ਕਿ ਤੇਰੀ ਬਾਹਰੋਂ ਦਿੱਖ ਧਰਮੀਆਂ ਵਾਲੀ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਇਸ ਸ਼ਲੋਕ 'ਚ ਇੱਕ ਪਹਿਲੀ ਲਾਈਨ 'ਚ ਦੇਖਿਓ ਪਦ ਵਰਤਿਆ, ਭਉ ਕਰ ਝੱਲ ਗਵਾਏ। ਝੱਲ ਅਸੀਂ ਆਮ ਤੌਰ ਤੇ ਜਦੋਂ ਆਪਣੇ ਬੋਲੀ 'ਚ ਵਰਤਦੇ ਹਾਂ ਤਾਂ ਅਸੀਂ ਕਿਸੇ ਵਿਅਕਤੀ ਦੀਆਂ ਹਰਕਤਾਂ ਨੂੰ ਦੇਖ ਕੇ ਅਸੀਂ ਕਹਿੰਦੇ ਹਾਂ ਇਹ ਝੱਲਾ ਹੋ ਗਿਆ। ਇੱਥੇ ਅਸੀਂ ਕਹਿ ਸਕਦੇ ਹਾਂ ਛਦਾ ਕੁੱਦਣਾ, ਛਦਾਈ ਹੋ ਜਾਣਾ, ਪਾਗਲਪਣ ਦਾ ਦੌਰਾ ਪੈਣਾ। ਮਹਾਰਾਜ ਨੇ ਆਖਿਆ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ। ਆ ਜਿਹੜਾ ਤੇਰੇ ਅੰਦਰ ਜ਼ੋਰ ਹੈ ਨਾ, ਜ਼ੋਰ ਮੀਨਿੰਗ ਜਿਹੜੀ ਜੇਦ ਹੈ ਨਾ ਤੇਰੀ, ਜਿਹੜਾ ਤੇਰੇ ਅੰਦਰ ਧੱਕਾ ਆ, ਇਹ ਛੱਡ ਦੇ। ਭਉ ਕਰ, ਅਕਾਲ ਪੁਰਖ ਜੀ ਦਾ ਭਉ ਧਾਰਨ ਕਰ, ਨਿਰਮਲ ਅਦਬ ਧਾਰਨ ਕਰ, ਤੇ ਫਾਇਦਾ ਕੀ ਹੋਏਗਾ? ਝੱਲ ਗਵਾਏ। ਆ ਜਿਹੜਾ ਤੈਨੂੰ ਛਦਾ ਕੁੱਦਦਾ ਹੈ ਨਾ, ਇਹ ਗਵਾਚ ਜਾਏਗਾ। ਆ ਜਿਹੜਾ ਤੈਨੂੰ ਝੱਲ ਉੱਠਦਾ ਹੈ ਨਾ, ਝੱਲ ਉੱਠਦਾ ਹੈ, ਇਹ ਗਵਾਚ ਜਾਏਗਾ, ਖਤਮ ਹੋ ਜਾਏਗਾ। ਫਿਰ ਨਾਲ ਹੀ ਆਖਦੇ ਨੇ ਗੁਰ ਕੈ ਭੈ ਕੀਤੇ ਨਿਸਤਰੇ। ਇਹ ਕੱਲਾ ਭਉ ਤੇਰੇ ਵਾਸਤੇ ਹੀ ਨਹੀਂ, ਗੁਰੂ ਦੇ ਭੈ ਵਿੱਚ ਕਿੰਨੇ ਹੀ ਤਰ ਗਏ ਆ। ਗੁਰ ਕੈ ਭੈ ਕੀਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ। ਭੈ ਵਿੱਚ ਹੀ ਰਹਿ ਕੇ ਨਿਰਭਉ ਨੂੰ ਪਾਇਆ ਜਾ ਸਕਦਾ ਆ। ਤੈਨੂੰ ਭੈ 'ਚ ਰਹਿਣ ਲਈ ਜ਼ਰੂਰੀ ਆ, ਜੇ ਨਿਰਭਉ ਨੂੰ ਪਾਉਣਾ ਆ ਤਾਂ ਭੈ ਵਿੱਚ ਰਹਿਣਾ ਤੇਰੇ ਲਈ ਜ਼ਰੂਰੀ ਆ। ਤੈਨੂੰ ਭੈ ਵਿੱਚ ਰਹਿਣਾ ਪਏਗਾ। ਨਾਲ ਫਿਰ ਆਖਦੇ ਮਨ ਕਠੋਰ ਸ਼ਬਦ ਭੇਦ ਤੂੰ। ਆ ਜਿਹੜਾ ਤੇਰਾ ਕਠੋਰ ਮਨ ਹੈ ਨਾ, ਸਖਤ ਮਨ, ਪੱਥਰ ਹੋਇਆ ਮਨ, ਸ਼ਬਦ ਭੇਦ ਤੂੰ, ਇਹਨੂੰ ਸ਼ਬਦ ਨਾਲ ਵਿੰਨ। ਇਸ ਕਠੋਰ ਮਨ ਨੂੰ ਸ਼ਬਦ ਨਾਲ ਵਿੰਨ, ਇਹਨੂੰ ਸ਼ਬਦ ਨਾਲ ਭੇਦ। ਸ਼ਾਂਤ ਵਸੈ ਮਨ ਆਏ। ਸ਼ਬਦ ਨਾਲ ਜੇ ਇਸ ਮਨ ਕਠੋਰ ਨੂੰ ਤੂੰ ਵਿੰਨ ਲਏਗਾ ਤਾਂ ਸ਼ਾਂਤੀ ਆ ਜਾਏਗੀ, ਟਿਕਾ ਆ ਜਾਏਗਾ। ਫਿਰ ਨਾਲ ਹੀ ਕਹਿੰਦੇ ਨੇ ਸ਼ਾਂਤੀ ਵਿੱਚ ਕਾਰ ਕਮਾਵਣੀ। ਜਦੋਂ ਤੂੰ ਸ਼ਾਂਤੀ ਧਾਰਨ ਕਰੇਗਾ, ਟਿਕਾ ਧਾਰਨ ਕਰੇਗਾ, ਤੇ ਟਿਕਾ ਵਿੱਚ ਰਹਿ ਕੇ ਕੀਤਾ ਹੋਇਆ ਕਾਰਜ ਜਿਹੜਾ ਤੇਰਾ ਥਾਂ ਪਏਗਾ, ਗੁਰੂ ਨੂੰ ਪ੍ਰਵਾਨ ਹੋਏਗਾ। ਸਾ ਖਸਮ ਪਾਏ ਥਾਏ। ਅਖੀਰ ਤੇ ਫਿਰ ਨਿਰਣਾ ਦਿੰਦੇ ਨੇ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ। ਕਾਮ ਵਿੱਚ ਰਹਿ ਕੇ, ਕ੍ਰੋਧ ਵਿੱਚ ਰਹਿ ਕੇ, ਕਾਮ ਨਾਲ ਕ੍ਰੋਧ ਨਾਲ ਜ਼ਿੰਦਗੀ ਜਿਉਂਦਿਆਂ ਹੋਇਆਂ ਕਿਸੇ ਨੇ ਰੱਬ ਦੀ ਪ੍ਰਾਪਤੀ ਨਹੀਂ ਕੀਤੀ, ਕਿਸੇ ਨੂੰ ਨਹੀਂ ਹੋਈ। ਭਾਵੇਂ ਤੂੰ ਧਾਰਮਿਕ ਹੈ, ਭਾਵੇਂ ਤੂੰ ਸਮਾਜਿਕ ਹੈ, ਭਾਵੇਂ ਤੂੰ ਰਾਜਨੀਤਿਕ ਹੈ, ਤੇਰੀ ਜ਼ਿੰਦਗੀ ਦੇ ਵਿੱਚੋਂ ਇਹ ਸਾਰੇ ਗੁਣ ਗਵਾਚੇ ਰਹਿਣਗੇ। ਜ਼ਿੰਦਗੀ ਅਸ਼ਾਂਤ ਰਹੇਗੀ, ਜ਼ਿੰਦਗੀ ਦੇ ਅੰਦਰ ਭਟਕਣਾ ਰਹੇਗੀ ਔਰ ਸਦਾ ਹੀ ਬੇਸਵਾਦੀ ਰਹੇਗੀ। ਅਖੀਰ ਤੇ ਆਖਿਆ ਮਹਾਰਾਜ ਨੇ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ, ਪੁੱਛੋ ਗਿਆਨੀ ਜਾਏ। ਗਿਆਨੀ ਨੂੰ ਪੁੱਛ ਲਓ। ਤਾਂ ਜਦੋਂ ਗਿਆਨੀ ਵਾਲੀ ਗੱਲ ਆਏਗੀ ਤਾਂ ਉਦੋਂ ਵੀ ਅਸੀਂ ਧਿਆਨ ਰੱਖਣਾ, ਸਾਡਾ ਸਭ ਤੋਂ ਵੱਡਾ ਗਿਆਨੀ ਸਾਡਾ ਗੁਰੂ ਆ। ਕਿਉਂਕਿ ਅਸੀਂ ਵਿਅਕਤੀਆਂ ਨੂੰ, ਧਾਰਮਿਕ ਵਿਅਕਤੀਆਂ ਨੂੰ ਵੀ ਗਿਆਨੀ ਜੀ ਕਹਿ ਲੈਂਦੇ ਹਾਂ, ਪਰ ਜੇ ਅਸੀਂ
ਗਿਆਨੀ ਕੋਲੋਂ ਪੁੱਛਣ ਤੁਰਾਂਗੇ ਤਾਂ ਬੰਦੇ ਗਿਆਨੀ ਛੱਡ ਕੇ ਅਸੀਂ ਗੁਰੂ ਗਿਆਨੀ ਵਾਲੇ ਪਾਸੇ ਆਈਏ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ। ਸਾਡਾ ਸਭ ਤੋਂ ਵੱਡਾ ਗਿਆਨੀ ਸਤਿਗੁਰੂ ਆ। ਗੁਰੂ ਤੋਂ ਵੱਡਾ ਤਾਂ ਨਹੀਂ ਨਾ ਕੋਈ ਗਿਆਨੀ ਹੋ ਸਕਦਾ। ਇਸ ਕਰਕੇ ਅਸੀਂ ਸਿਰੇ ਵਾਲੇ ਵੱਡੇ ਗਿਆਨੀ ਦੇ ਕੋਲੋਂ ਇਹ ਰਾਏ ਲਈਏ ਕਿ ਕੀ ਇਸ ਤਰੀਕੇ ਦਾ ਵਰਤਾਰਾ ਰੱਖਿਆ ਰੱਬ ਨਾਲ ਸਾਂਝ ਬਣ ਸਕਦੀ ਆ, ਤਾਂ ਗੁਰੂ ਇਹਦਾ ਨਿਰਣਾ ਫਿਰ ਸਾਨੂੰ ਕਰਕੇ ਦੇਗਾ। ਔਰ ਮਹਾਰਾਜ ਨੇ ਆਖਿਆ, ਕਾਮ ਕ੍ਰੋਧ ਕਿਨੈ ਨਾ ਪਾਇਓ, ਪੁੱਛੋ ਗਿਆਨੀ ਜਾਏ। ਗਿਆਨੀ ਨੂੰ ਜਾ ਕੇ ਪੁੱਛ ਲਓ। ਇਹ ਕਾਮ ਕ੍ਰੋਧ ਵਿੱਚ ਰਹਿੰਦਿਆਂ ਜ਼ਿੰਦਗੀ ਦਾ ਸੰਬੰਧ ਅਕਾਲ ਪੁਰਖ ਨਾਲ, ਸਤਿਗੁਰੂ ਨਾਲ ਕਦੇ ਵੀ ਨਹੀਂ ਬਣ ਸਕਦਾ ਜੀ। ਮਹਿਲਾ ਤੀਜਾ, ਮਨ ਮੁਖ ਮਾਇਆ ਮੋਹ ਹੈ, ਨਾਮ ਨ ਲਗੂ ਪਿਆਰ। ਕੂੜ ਕਮਾਵੇ ਕੂੜ ਸੰਗ ਰਹਿ, ਕੂੜ ਕਰੇ ਆਹਾਰ। ਦੇਖ ਮਾਇਆ ਤਨ ਸੰਚ ਮਰੈ, ਅੰਤੇ ਹੋਏ ਸਭ ਵਿਸ਼ਾਰ। ਕਰਮ ਧਰਮ ਸੁਚ ਸੰਜਮ ਕਰੈ, ਅੰਤਰ ਲੋਭ ਵਿਕਾਰ। ਨਾਨਕ ਜੇ ਮਨ ਮੁਖ ਕਮਾਵੈ, ਸੋ ਥਾਏ ਨਾ ਪਵੈ, ਦਰਗਾਹ ਹੋਏ ਖੁਆਰ। ਪੌੜੀ। ਵਾਹ ਵਾਹ। ਆਪੇ ਬਾਣ ਖਾਣੀ ਆਪੇ ਬਾਣੀ, ਆਪੇ ਖੰਡ ਬਰਭੰਡ ਕਰੇ। ਆਪ ਸਮੁੰਦ ਆਪ ਹੈ ਸਾਗਰ, ਆਪੇ ਹੀ ਵਿਚ ਰਤਨ ਧਰੇ। ਆਪ ਲਹਾਏ ਕਰੇ ਜਿਸ ਕਿਰਪਾ, ਜਿਸਨੂੰ ਗੁਰਮੁਖ ਕਰੇ ਹਰੇ। ਆਪੇ ਭੌਜਲ ਆਪ ਹੈ ਬੋਹਿਥਾ, ਆਪੇ ਖੇਵਟ ਆਪ ਤਰੇ। ਆਪ ਕਰੇ ਕਰਾਏ ਕਰਤਾ, ਆਪੇ ਕਰੇ ਕਰਾ। ਆਪੇ ਕਰੇ ਕਰਾਏ ਕਰਤਾ। ਅਵਰ ਨ ਦੂਜਾ ਤੁਝੈ ਸਰੇ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਨਾਮ ਪਦਾਰਥ ਪਾਈਐ, ਅਚਿੰਤ ਵਸੈ ਮਨ ਆਏ। ਜਨਮ ਮਰਨ ਦੁਖ ਕਟੀਐ, ਹਉਮੈ ਮਮਤਾ ਜਾਏ। ਉੱਤਮ ਪਦਵੀ ਪਾਈਐ, ਸੱਚੇ ਰਹਿ ਸਮਾਏ। ਨਾਨਕ ਪੂਰਬ ਜਿਨ ਕੋ ਲਿਖਿਆ, ਤਿਨਾ ਸਤਿਗੁਰ ਮਿਲਿਆ ਆਏ। ਮਹਿਲਾ ਤੀਜਾ। ਕੱਲ ਵੀ ਸਵਾਲ ਸਾਡੇ ਕੋਲ ਪਹੁੰਚਿਆ ਸੀਗਾ ਜੀ। ਸ਼ਬਦ ਅਸੀਂ ਪਾਠ ਕਰਦੇ ਹਾਂ, ਬਹੁਤ ਵਾਰੀ ਧਿਆਨ 'ਚ ਲਿਆਂਦਾ ਹੋਏਗਾ। ਇਹਦੇ ਨਾਲ ਨਾਲ ਬਹੁਤ ਸਾਰਾ ਹੋਰ ਸ਼ਬਦਾਂ ਦਾ ਸੰਗ੍ਰਹਿ ਵੀ ਤੁਹਾਡੇ ਧਿਆਨ 'ਚ ਹੋਏਗਾ। ਇੱਥੇ ਸ਼ਬਦ ਆ ਰਿਹਾ ਪੂਰਬ। ਤਾਂ ਪੂਰਬ ਦਾ ਅੱਖਰੀ ਅਰਥ ਆ ਪਹਿਲਾਂ। ਪਹਿਲਾਂ ਆਮ ਤੌਰ ਤੇ ਅਸੀਂ ਜਦੋਂ ਪੂਰਬ ਸ਼ਬਦ ਆਉਂਦਾ ਤਾਂ ਪੂਰਬ ਨੂੰ ਅਸੀਂ ਪਿਛਲੇ ਜਨਮ 'ਚ ਲੈ ਜਾਂਦੇ ਹਾਂ ਕਿ ਪਿਛਲੇ ਜਨਮ ਦਾ ਪੂਰਬਲਾ ਭਾਵ ਪਿਛੋਕੜ ਜਿਹੜਾ ਪਹਿਲਾਂ ਕਿਤੇ ਜਨਮ ਬੀਤਿਆ ਉਹਦੀ ਗੱਲ ਅਸੀਂ ਲੈ ਜਾਂਦੇ ਹਾਂ। ਅਸਲ 'ਚ ਜਦੋਂ ਪੂਰਬ ਸ਼ਬਦ ਆਉਂਦਾ ਇਹਦਾ ਅੱਖਰੀ ਅਰਥ ਪਹਿਲਾਂ ਹੀ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਅਸੀਂ ਅੱਗੇ ਜਾ ਕੇ ਸ਼ਬਦਾਂ ਦੇ ਵਿੱਚ ਫਿਰ ਦੇਖਣ ਦੀ ਕੋਸ਼ਿਸ਼ ਵੀ ਕਰਾਂਗੇ। ਹਾਲ ਦੀ ਘੜੀ ਅਸੀਂ ਇੰਨਾ ਕੁ ਕਰੀਏ, ਪੂਰਬ ਦਾ ਅਰਥ ਹੈ ਪਹਿਲਾਂ। ਜਿਵੇਂ ਬੀਜ ਪਹਿਲਾਂ ਬੀਜਿਆ ਜਾਂਦਾ ਫਿਰ ਹੀ ਉੱਗਦਾ। ਕੋਈ ਵੀ ਕੰਮ ਆ ਪਹਿਲਾਂ ਉਹਦੀ ਜਾਂਚ ਸਿੱਖੀ ਜਾਂਦੀ ਆ, ਪਹਿਲਾਂ ਉਹਦੀ ਨਿਰਖ ਪਰਖ ਕੀਤੀ ਜਾਂਦੀ ਆ, ਫਿਰ ਹੀ ਉਹ ਨੇਪਰੇ ਚੜ੍ਹਦਾ ਆ। ਕੋਈ ਮਕਾਨ ਆ ਪਹਿਲਾਂ ਨੀਂਹ ਰੱਖੀ ਜਾਂਦੀ ਫਿਰ ਹੀ ਛੱਤ ਪੈਂਦੀ ਆ ਨਾ। ਕੋਈ ਬੱਚਾ ਆ ਪਹਿਲਾਂ ਉਹ ਸਕੂਲ ਜਾਂਦਾ, ਛੋਟੀਆਂ ਕਲਾਸਾਂ ਤੋਂ ਸ਼ੁਰੂ ਕਰਕੇ ਅੱਗੇ ਤੱਕ ਜਾਂਦਾ ਆ, ਫਿਰ ਉਹ ਕਿਸੇ ਉੱਚੇ ਅਹੁਦੇ ਤੇ ਬੈਠਦਾ, ਕੋਈ ਅਫਸਰ ਲੱਗਦਾ, ਕੋਈ ਆਪਣਾ ਕੰਮਕਾਰ ਕਰਦਾ ਆ। ਤਾਂ ਪੂਰਬ ਦਾ ਮਤਲਬ ਜਿਹੜਾ ਉਹਨੇ ਪਹਿਲਾਂ ਕੰਮ ਕਰ ਲਿਆ ਹੋਇਆ, ਜਿਹਦੇ 'ਚ ਉਹਨੇ ਪਹਿਲਾਂ ਕਦਮ ਰੱਖਿਆ ਹੋਇਆ। ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਮੰਨ ਲਓ ਅੱਜ ਸਿੱਖ ਹਾਂ, ਅਸੀਂ ਸਿੱਖ ਕਹਾ ਰਹੇ ਹਾਂ, ਸਿੱਖ ਮੰਨ ਰਹੇ ਹਾਂ ਆਪਣੇ ਆਪ ਨੂੰ। ਜਿੰਨਾ ਕੁਝ ਵੀ ਸਾਨੂੰ ਪਤਾ ਆ ਅਸੀਂ ਉਹਦੇ ਮੁਤਾਬਕ ਸਿੱਖੀ ਨੂੰ ਜੀ ਰਹੇ ਹਾਂ। ਪਰ ਆਖਰ ਇਹ ਸਾਡੇ ਪਰਿਵਾਰ 'ਚੋਂ, ਸਾਡੇ ਖੂਨ 'ਚ, ਸਾਡੇ ਮਾਂ ਬਾਪ ਦੇ ਰਾਹੀਂ,
ਸਾਡੇ ਸੁਭਾਅ 'ਚ, ਸਾਡੇ ਸੰਸਕਾਰਾਂ 'ਚ, ਸਾਡੇ ਮਾਂ-ਬਾਪ ਤੋਂ ਹੀ ਇਹ ਸਾਰਾ ਕੁਝ ਸ਼ਾਮਲ ਹੋਇਆ ਨਾ। ਮਾਂ-ਬਾਪ ਇਹ ਸਾਰਾ ਕੁਝ ਕਰਦੇ ਸੀ, ਅਸੀਂ ਸਹਿਜ ਉਹਨਾਂ ਦੇ ਨਾਲ ਰਹਿੰਦੇ ਹਾਂ, ਉਹਨਾਂ ਦੇ ਨਾਲ ਖੇਡਦੇ ਹਾਂ, ਉਹਨਾਂ ਦੇ ਨਾਲ ਖਾਂਦੇ ਹਾਂ ਪੀਂਦੇ ਹਾਂ, ਇਹ ਸਾਰਾ ਕੁਝ ਅਸੀਂ ਸਹਿਜ ਸੁਭਾਅ ਹੀ ਸਿੱਖੀ ਗਏ ਹਾਂ। ਬਹੁਤੀਆਂ ਗੱਲਾਂ ਸਾਡੇ ਜੀਵਨ ਦੀਆਂ ਅੱਜ ਜਿਹੜੀਆਂ, ਜਾਂ ਬਹੁਤੀਆਂ ਆਦਤਾਂ ਜਿਹੜੀਆਂ ਸਾਡੇ ਜੀਵਨ ਦੀਆਂ, ਉਹ ਆਖਰ ਸਾਡੇ 'ਚ ਪਹਿਲਾਂ ਸ਼ੁਰੂ ਤੋਂ ਕਿਤੇ ਨਾ ਕਿਤੇ ਸ਼ਾਮਲ ਹੋਈਆਂ ਵਾ, ਜਿਹੜੀਆਂ ਅੱਜ ਅਸੀਂ ਵਰਤ ਰਹੇ ਹਾਂ। ਤੋਂ ਪਹਿਲਾਂ ਸਾਡੇ 'ਚ ਆਈਆਂ, ਸ਼ਾਮਲ ਹੋਈਆਂ, ਤਾਂ ਹੀ ਅੱਜ ਅਸੀਂ ਵਰਤ ਰਹੇ ਹਾਂ ਨਾ। ਜੇ ਪੜ੍ਹਾਈ ਆ ਸਾਡੇ 'ਚ ਪਹਿਲਾਂ ਸ਼ਾਮਲ ਕੀਤੀ ਗਈ, ਸਾਡੇ ਵਿੱਚ ਪਾਈ ਗਈ, ਅੱਜ ਅਸੀਂ ਵਰਤ ਰਹੇ ਹਾਂ। ਕੋਈ ਮਕੈਨਿਕ ਆ ਜਾਂ ਕੋਈ ਦੁਕਾਨਦਾਰੀ ਕਰ ਰਿਹਾ, ਕੋਈ ਕੁਝ ਕਾਰੋਬਾਰ ਕਰ ਰਿਹਾ, ਆਖਰ ਉਹਦੇ ਕੋਲ ਪਹਿਲਾਂ ਟ੍ਰੇਨਿੰਗ ਦਿੱਤੀ ਗਈ, ਉਹਦੇ 'ਚ ਪਾਇਆ ਗਿਆ ਉਹ ਸਾਰਾ ਕੁਝ, ਤਾਂ ਹੀ ਉਹ ਅੱਜ ਸਾਰਾ ਕੰਮਕਾਰ ਕਰ ਰਿਹਾ ਨਾ। ਮਕੈਨਿਕ ਦੇ ਵਿੱਚ ਵੀ ਪਹਿਲਾਂ ਪੂਰਬ ਵਿੱਚ ਉਹਦੇ 'ਚ ਪਾਇਆ ਗਿਆ, ਉਹਨੂੰ ਟ੍ਰੇਨਿੰਗ ਦਿੱਤੀ ਗਈ, ਸਿਖਾਇਆ ਗਿਆ। ਅੱਜ ਉਹ ਚੰਗਾ ਮਕੈਨਿਕ ਬਣ ਕੇ ਵਧੀਆ ਆਪਣਾ ਕੰਮ ਕਰ ਰਿਹਾ, ਲੋਕਾਂ ਨੂੰ ਸਹੂਲਤ ਦੇ ਰਿਹਾ। ਡਾਕਟਰ ਆ, ਕੀ ਅਚਾਨਕ ਕੁਰਸੀ ਤੇ ਬਹਿ ਕੇ ਉਹ ਡਾਕਟਰ ਬਣ ਗਿਆ? ਨਹੀਂ, ਪਹਿਲਾਂ ਉਹਦੀ ਡਾਕਟਰੀ ਵਾਲੀ ਟ੍ਰੇਨਿੰਗ ਹੋਈ ਆ, ਉਹਨੇ ਪੜ੍ਹਾਈ ਲਿਖਾਈ ਪਹਿਲਾਂ ਕੀਤੀ ਆ। ਤੋਂ ਪਹਿਲਾਂ ਪੂਰਬ ਦਾ ਅਰਥ ਆ ਪਹਿਲਾਂ ਜਿਹੜਾ ਕੰਮ, ਮੰਨ ਲਓ ਅਸੀਂ ਹੁਣ ਜਿਵੇਂ ਇਸ ਵੇਲੇ 6:35 ਦਾ ਮੇਰੇ ਸਾਹਮਣੇ ਵਾਲੀ ਘੜੀ ਤੇ ਟਾਈਮ ਆ, ਤਾਂ ਜਿਹੜਾ 6:34 ਤੇ ਉਹ ਪੂਰਬ ਹੋ ਗਿਆ ਨਾ ਆਪਣੇ ਆਪ ਹੀ। 6:30 ਉਦੋਂ ਪਹਿਲਾਂ ਵਾਲਾ ਪੂਰਬ ਆ। ਤਾਂ ਜੇ ਅਸੀਂ ਦੇਖਦੇ ਜਾਈਏ ਤਾਂ ਅੱਜ ਸਵੇਰ ਤੋਂ ਲੈ ਕੇ ਜੋ ਕੁਝ ਹੁਣ ਤੱਕ ਅਸੀਂ ਕੀਤਾ ਆ, ਉਹ ਸਾਡਾ ਸਾਰਾ ਹੀ ਪੂਰਬ ਹੋ ਚੁੱਕਾ ਆ। ਸਵੇਰ ਤੋਂ ਲੈ ਕੇ ਹੁਣ ਤੱਕ ਜੋ ਕੁਝ ਵੀ ਹੋਇਆ, ਸਾਡਾ ਸਾਰਾ ਹੀ ਪੂਰਬ ਆ। ਔਰ ਅੱਜ ਦੇ ਦਿਨ ਤੋਂ ਲੈ ਕੇ ਜ਼ਿੰਦਗੀ ਦੇ ਅਸੀਂ ਅਖੀਰਲੇ ਪਿਛਲੇ ਪਾਸੇ ਨੂੰ, ਪੜਾਅ ਵੱਲ ਨੂੰ ਤੁਰੇ ਜਾਈਏ, ਬਚਪਨ ਵਾਲੇ ਪਾਸੇ ਨੂੰ ਜਾਈਏ, ਸਾਡਾ ਸਾਰਾ ਪੂਰਬ ਹੀ ਆ ਨਾ। ਸਾਡਾ ਸਾਰਾ ਪੂਰਬ ਹੀ ਆ। ਤਾਂ ਜੋ ਕੁਝ ਸਾਡੀ ਜ਼ਿੰਦਗੀ 'ਚ ਪੂਰਬ ਵਿੱਚ ਪਾਇਆ ਗਿਆ, ਜੋ ਅਸੀਂ ਬੀਜਿਆ, ਜੋ ਅਸੀਂ ਸੁਣਿਆ, ਜੋ ਅਸੀਂ ਸਿੱਖਿਆ, ਜੋ ਅਸੀਂ ਸਮਝਿਆ, ਜੋ ਸਾਡੀਆਂ ਆਦਤਾਂ ਬਣੀਆਂ, ਜੋ ਸਾਡੇ ਸੰਸਕਾਰ ਬਣੇ, ਜਿੱਦਾਂ ਦਾ ਸਾਡਾ ਸੁਭਾਅ ਘੜਿਆ ਗਿਆ, ਜਿੱਦਾਂ ਦਾ ਸਾਨੂੰ ਖਾਣ ਪੀਣ, ਵਰਤੋਂ ਵਿਹਾਰ ਸਿਖਾਇਆ ਗਿਆ, ਸਿੱਖਿਆ ਗਿਆ ਜੋ ਪਹਿਲਾਂ, ਉਹੀ ਆਖਰ ਅੱਜ ਸਾਡੇ 'ਚ ਵਰਤ ਰਿਹਾ ਹੈ। ਇੱਕ ਤੁਕ ਪੜ੍ਹ ਕੇ ਅਸੀਂ ਅੱਗੇ ਚੱਲਦੇ ਹਾਂ। ਮਹਾਰਾਜ ਦੀ ਬਾਣੀ ਨੇ ਦੇਖੋ ਕਿੰਨਾ ਸਪਸ਼ਟ ਕਿਹਾ, ਆਪਾਂ ਅੱਗੇ ਇੱਕ ਦਿਨ ਪਹਿਲਾਂ ਵੀ ਪੜ੍ਹਿਆ ਸੀ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਆਖਰ ਨੂੰ ਨਿਕਲਣਾ ਤੇ ਉਹੀ ਹੈ ਜਿਹੜਾ ਖੇਤ ਸਰੀਰ 'ਚ ਪਹਿਲਾਂ ਬੀਜਿਆ ਗਿਆ। ਤੋ ਇੱਥੇ ਪਿਛਲੇ ਜਨਮਾਂ ਦੀਆਂ ਕਹਾਣੀਆਂ ਵੱਲ ਸਾਨੂੰ ਜਾਣ ਦੀ ਲੋੜ ਨਹੀਂ। ਗੁਰਮਤ ਕੋਈ ਵੀ ਇਦਾਂ ਦਾ ਜਿਹੜਾ ਫੈਸਲਾ ਆ ਉਹ ਸਾਡੇ ਲਈ ਨਹੀਂ ਦਿੰਦੀ। ਔਰ ਨਾਲ ਹੀ ਮੇਰਾ ਖਿਆਲ ਸਾਨੂੰ ਇਹ ਵੀ ਯਾਦ ਹੋਏਗਾ, ਆਪਾਂ ਇੱਕ ਦਿਨ ਭਗਤ ਨਾਮਦੇਵ ਸਾਹਿਬ ਜੀ ਦੇ ਇੱਕ ਸ਼ਬਦ ਵੱਲ ਵੀ ਧਿਆਨ ਦਿੱਤਾ ਸੀਗਾ ਕਿ ਭਗਤ ਨਾਮਦੇਵ ਸਾਹਿਬ ਨੇ ਸਾਡੇ ਇਹੋ ਜਿਹੇ ਭੁਲੇਖਿਆਂ ਨੂੰ ਦੂਰ ਕਰਦਿਆਂ ਬਹੁਤ ਕਮਾਲ ਦਾ ਵਿਚਾਰ ਆਪਣੇ ਸ਼ਬਦਾਂ ਦੇ ਵਿੱਚ ਦਿੱਤਾ। ਔਰ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ, ਤੁਸੀਂ ਅੱਜ ਕਹਿੰਦੇ ਹੋ ਕਿ ਆ ਮੇਰਾ ਮਾੜਾ ਕਰਮ, ਆ ਮੇਰੀ ਗੱਲ ਗਲਤ, ਆ ਮੇਰਾ ਨੁਕਸਾਨ ਹੋਇਆ, ਆ ਮੇਰੇ ਨਾਲ ਵਾਦ ਘਾਟ ਹੋਈ, ਆ ਜੋ ਕੁਝ ਵੀ ਹੋਇਆ ਇਹ ਮੇਰੇ ਪਿਛਲੇ ਕਰਮਾਂ ਕਰਕੇ ਹੋਇਆ। ਆਮ ਸਾਡੇ ਧਾਰਨਾ ਚੱਲਦੀ, ਪਿਛਲੇ ਜਨਮ ਦੇ ਕਰਮਾਂ, ਪਿਛਲੇ ਕਰਮ ਸਾਡੇ ਅੱਗੇ ਆ ਗਏ। ਕਿਸੇ ਦਾ ਚੰਗਾ ਹੋ ਰਿਹਾ, ਵਧੀਆ ਹੋ ਰਿਹਾ, ਕਹਿੰਦੇ ਪਿਛਲੇ ਜਨਮਾਂ ਦਾ ਕੀਤਾ ਕਰਾਇਆ ਅੱਗੇ ਆ ਗਿਆ। ਕਿਸੇ ਦਾ ਮਾੜਾ ਹੋ ਰਿਹਾ, ਕਹਿੰਦੇ ਪਿਛਲੇ ਜਨਮਾਂ ਦਾ ਕੀਤਾ ਕਰਾਇਆ ਅੱਗੇ ਆ ਗਿਆ। ਪਰ ਭਗਤ ਨਾਮਦੇਵ ਸਾਹਿਬ ਨੇ ਸਾਰੀਆਂ ਗੱਲਾਂ ਅਖੀਰ ਤੱਕ ਲਿਜਾ ਕੇ, ਜਿੱਥੋਂ ਸ਼ੁਰੂਆਤ ਹੋਈ ਸ੍ਰਿਸ਼ਟੀ ਦੀ, ਉੱਥੇ ਲੈ ਗਏ ਤੇ ਆਖਿਆ, ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ। ਨਾ ਕਾਇਆ ਸੀ ਨਾ ਕਰਮ ਸੀ। ਜਦੋਂ ਸਰੀਰ ਹੀ ਕੋਈ ਨਹੀਂ, ਨਾ ਮਾਂ ਸੀ ਨਾ ਪਿਓ ਸੀ, ਸ੍ਰਿਸ਼ਟੀ ਦੇ ਵਿੱਚ ਕੁਝ ਵੀ ਨਹੀਂ ਸੀ, ਨਾ ਸਰੀਰ ਸੀ ਨਾ ਕੋਈ ਕਰਮ ਸੀ। ਜਦੋਂ ਸਰੀਰ ਹੀ ਨਹੀਂ, ਕਰਮ ਕਾਹਦੇ ਨਾਲ ਹੋਏਗਾ? माए ना होती बाप ना होता कर्म ना होती काया, हम नहीं होते तुम नहीं होते कवन कहां ते आया। ਜਦੋਂ ਇਹ ਸਾਰਾ ਕੁਝ ਹੀ ਨਹੀਂ ਸੀ, ਫਿਰ ਇਹ ਸਾਰਾ ਖਲਾਰਾ ਖਿੱਲਰ ਕਿੱਦਾਂ ਗਿਆ?
ਤੋ ਸ੍ਰਿਸ਼ਟੀ ਦੇ ਪੈਦਾ ਹੋਣ ਦਾ ਕਾਰਨ ਕੋਈ ਕਰਮ ਨਹੀਂ ਹੈ। ਜੀਵਾਂ ਦੇ ਕਰਮਾਂ ਦੇ ਕਰਕੇ ਸ੍ਰਿਸ਼ਟੀ ਪੈਦਾ ਨਹੀਂ ਹੋ ਰਹੀ। ਇਹ ਸਾਡੀ ਥਿਊਰੀ ਗੁਰਮਤ ਨਾਲ ਮੇਲ ਨਹੀਂ ਖਾਂਦੀ ਜੋ ਅਸੀਂ ਮੰਨ ਕੇ ਚੱਲ ਰਹੇ ਹਾਂ। ਤਾਂ ਗੁਰਮਤ ਇਹ ਕਹਿੰਦੀ ਹੈ ਤੁਸੀਂ ਜੋ ਕੁਝ ਵੀ ਆਪਣੀ ਜ਼ਿੰਦਗੀ 'ਚ ਬਣਾ ਲਿਆ, ਧਾਰਨ ਕਰ ਲਿਆ, ਸੁਭਾਅ ਤੁਹਾਡਾ ਜਿੱਦਾਂ ਦਾ ਬਣ ਗਿਆ, ਜਿੱਦਾਂ ਦੇ ਤੁਹਾਡੇ ਕਰਮ ਬਣ ਗਏ, ਜਿੱਦਾਂ ਦੀ ਸੋਚ ਬਣ ਗਈ, ਜਿੱਦਾਂ ਦੀਆਂ ਆਦਤਾਂ ਬਣ ਗਈਆਂ, ਜੇ ਗੁਰੂ ਸ਼ਬਦ ਨਾਲ ਤੁਸੀਂ ਜੁੜ ਜਾਓ ਤਾਂ ਇਹਨਾਂ ਮਾੜੇ ਕਰਮਾਂ ਦਾ, ਮਾੜੀਆਂ ਆਦਤਾਂ ਦਾ ਖਹਿੜਾ ਛੱਡਿਆ ਜਾ ਸਕਦਾ ਹੈ। ਕਰਮ ਬਦਲੇ ਜਾ ਸਕਦੇ ਆ। ਕਰਮ ਬਦਲਨੇ ਔਖੇ ਨਹੀਂ, ਬਦਲੇ ਜਾ ਸਕਦੇ ਆ। ਜਿਹੜੇ ਮਾੜੇ ਕਰਮ ਤੁਹਾਨੂੰ ਤੰਗ ਕਰਦੇ, ਉਹਨਾਂ ਮਾੜੇ ਕਰਮਾਂ ਨੂੰ ਛੱਡਿਆ ਜਾ ਸਕਦਾ, ਤਿਆਗਿਆ ਜਾ ਸਕਦਾ। ਮਹਾਰਾਜ ਨੇ ਇਹ ਵੀ ਖਿਆਲ ਦਿੱਤਾ ਹੈ, ਤਬ ਗੁਣ ਕਹਾ ਜਗਤ ਗੁਰਾ, ਹੇ ਜਗਤ ਗੁਰੂ ਕੀ ਫਾਇਦਾ, ਲਾਭ ਕੀ ਆ? ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਤੇਰੀ ਸ਼ਰਨ ਆਉਣ ਦਾ ਫਾਇਦਾ ਕੀ ਹੈ ਜੇ ਮਾੜੇ ਕਰਮਾਂ ਦਾ ਨਾਸ਼ ਨਹੀਂ ਹੋਣਾ? ਤਾਂ ਤੇਰੀ ਸ਼ਰਨ ਇਸੇ ਕਰਕੇ ਆਏ ਆ ਨਾ ਕਿ ਮਾੜੇ ਕਰਮਾਂ ਦਾ ਨਾਸ਼ ਹੋ ਜਾਏ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗਰਾਸੈ। ਸ਼ੇਰ ਦੀ ਸ਼ਰਨ ਬਹਿਣ ਦਾ ਫਾਇਦਾ ਕੀ ਆ? ਜੇ ਸ਼ੇਰ ਦੀ ਸ਼ਰਨ ਬੈਠਿਆ ਗਿੱਦੜਾਂ ਨਹੀਂ ਖਾ ਜਾਣਾ ਆ, ਤਾਂ ਸ਼ੇਰ ਦੀ ਸ਼ਰਨ ਆਉਣ ਦਾ ਕੀ ਫਾਇਦਾ ਹੋਇਆ? ਸ਼ੇਰ ਦੀ ਸ਼ਰਨ 'ਚ ਗਿੱਦੜ ਨਹੀਂ ਪੈਂਦੇ, ਸ਼ੇਰ ਦੀ ਸ਼ਰਨ 'ਚ ਗਿੱਦੜ ਨੇੜੇ ਨਹੀਂ ਆਉਂਦੇ। ਇਸ ਕਰਕੇ ਹੇ ਜਗਤ ਗੁਰੂ ਤੇਰੀ ਸ਼ਰਨ ਵਿੱਚ ਇਸ ਵਿਸ਼ਵਾਸ ਨਾਲ ਆ ਕੇ ਬਹਿ ਗਏ ਆ ਕਿ ਤੇਰੀ ਸ਼ਰਨ ਵਿੱਚ ਬੈਠਿਆਂ ਮਾੜੇ ਕਰਮ ਸਾਡੇ ਨੇੜੇ ਆ ਹੀ ਨਹੀਂ ਸਕਦੇ। ਮਾੜੇ ਕਰਮਾਂ ਦਾ ਪ੍ਰਭਾਵ ਸਾਡੇ ਤੇ ਪੈ ਹੀ ਨਹੀਂ ਸਕਦਾ। ਮਾੜੇ ਕਰਮ ਕਿਉਂ ਨਾ ਨਾਸ਼ ਹੋਣਗੇ ਤੇਰੀ ਸ਼ਰਨ ਆ ਕੇ? ਗਿੱਦੜ ਨੇੜੇ ਨਹੀਂ ਆਉਂਦੇ, ਸ਼ੇਰ ਦੀ ਸ਼ਰਨ ਬੈਠਿਆ, ਤੇਰੀ ਸ਼ਰਨ ਬੈਠਿਆ ਮਾੜੇ ਕਰਮਾਂ ਤੋਂ ਖਹਿੜਾ ਛੁੱਟ ਜਾਂਦਾ ਆ। ਤੋ ਸਾਨੂੰ ਇਦਾਂ ਗੁਰਬਾਣੀ ਨੂੰ ਸਮਝਣ ਲਈ ਥੋੜਾ ਜਿਹਾ ਧੀਰਜ ਨਾਲ ਸਤਿਗੁਰੂ ਦੀ ਬਾਣੀ ਨੂੰ ਸਮਝਣਾ, ਇਕੱਠਿਆਂ ਕਰਨਾ, ਕਿਹੜੇ ਸ਼ਬਦ ਨੇ ਕਿੱਥੇ ਕੀ ਕਿਹਾ, ਕਿੱਦਾਂ ਕਿਹਾ, ਸਾਨੂੰ ਉਹ ਯਾਦ ਰੱਖਣ ਦੀ ਵੀ ਲੋੜ ਹੈ ਤਾਂ ਕਿ ਜਦੋਂ ਵੀ ਕਦੀ ਇਦਾਂ ਦੇ ਸ਼ਬਦ ਆਉਂਦੇ ਆ ਅਸੀਂ ਉਹਨੂੰ ਸਮਝ ਸਕੀਏ। ਤੋ ਉਮੀਦ ਕਰਦਾ ਕਿ ਆਪ ਜੀ ਇਹਦੇ ਤੇ ਵਿਚਾਰ ਕਰੋਗੇ, ਉਮੀਦ ਕਰਦਾ ਕਿ ਇਹਨੂੰ ਸਮਝਣ ਦਾ ਯਤਨ ਕਰੋਗੇ। ਅਸੀਂ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਵੀ, ਭਵਿੱਖ ਦੇ ਵਿੱਚ ਵੀ ਜਿਹੜਾ ਪਾਠ ਕਰਾਂਗੇ ਉਹਦੇ ਵਿੱਚ ਵੀ ਸਮਝਦੇ ਜਾਵਾਂਗੇ, ਇਹਨੂੰ ਹੋਰ ਵਿਚਾਰਦੇ ਜਾਵਾਂਗੇ। ਮੈਂ ਕੋਸ਼ਿਸ਼ ਕਰਾਂਗਾ ਜਿੱਥੇ ਵੀ ਕਿਤੇ ਇਦਾਂ ਦਾ ਖਿਆਲ ਆ ਰਿਹਾ ਉਹ ਮੈਂ ਤੁਹਾਡੇ ਧਿਆਨ ਗੋਚਰਾ ਕਰਦਾ ਰਵਾਂ ਜੀ। ਮਹਿਲਾ ਤੀਜਾ। ਨਾਮ ਰਤਾ ਸਤਿਗੁਰੂ ਹੈ, ਕਲ ਜੁਗ ਬੋਹਿਤ ਹੋਏ। ਗੁਰਮੁਖ ਹੋਵੈ ਸੋ ਪਾਰ ਪਵੈ, ਜਿਨਾ ਅੰਦਰ ਸੱਚਾ ਸੋਏ। ਨਾਮ ਸੰਭਾਲੇ ਨਾਮ ਸੰਗ ਹੈ, ਨਾਮੇ ਹੀ ਪਤ ਹੋਏ। ਨਾਨਕ ਸਤਿਗੁਰ ਪਾਇਆ, ਕਰਮ ਪ੍ਰਾਪਤ ਹੋਏ। ਪੌੜੀ। ਆਪੇ ਪਾਰਸ ਆਪ ਧਾਤ ਹੈ, ਆਪ ਕੀ ਕੌਣ ਕੰਚਨ। ਆਪੇ ਠਾकुर ਸੇਵਕ ਆਪੇ, ਆਪੇ ਹੀ ਪਾਪ ਖੰਡਨ। आपे सब कट भोगवै स्वामी, आपे ही सब अंजन। आप विवेक आप सब बेता, आपे गुरमुख भंजन। वाह। जन नानक साला न रजै, तुद करते तू हर सुख दाता वडन। श्लोक महला चौथा। बिन सतगुर सेवे ठीकरे बंदना, जेते कर्म कमाहे। बिन सतगुर सेवे ठवर ना पावही, मर जमै आवै जाहे। बिन सतगुर सेवे फिक्का बोलना, नाम ना वसै मन आए। नानक बिन सतगुर सेवे जमपुर पते मारियां, मोह कालै उठ जाहे। महला तीजा। एक सतगुर की सेवा करें चाकरी, हर नामे लगै प्यार। नानक जन्म सवारण आपना, कुल का करण उधार। पौड़ी। आपे चाट शाल आप है पांदा, आपे चाटड़े पढ़न कवाने। आपे पिता माता है आपे, आपे बालक करे सियाने।
ਇਕ ਥੈਂ ਪੜ ਬੁਝੈ ਸਭ ਆਪੇ, ਇਕ ਥੈਂ ਆਪੇ ਕਰੇ ਗਿਆਣੇ। ਇਕ ਨਾ ਅੰਦਰ ਮਹਿਲ ਬੁਲਾਏ, ਜਾਂ ਆਪ ਤੇ ਰਹਿ ਮਨ ਸੱਚੇ ਭਾਣੇ। ਜਿਨਾ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਾਹ ਜਾਣੇ। ਸ਼ਲੋਕ ਮਰਦਾਨਾ ਪਹਿਲਾ ਪਹਿਲਾ। ਕਾਲ ਕਲਵਾਲੀ ਕਾਮ ਮਾਦ, ਮਨੁਆ ਕੀ ਬਣਹਾਰ। ਕ੍ਰੋਧ ਕਟੋਰੀ ਮੋਹ ਭਰੀ, ਪੀਲਾਵਾ ਅਹੰਕਾਰ। ਮਜਲਸ ਕੂੜੇ ਲਭ ਕੀ, ਪੀਪੀ ਹੋਏ ਖੁਆਰ। ਕਰਨੀ ਲਾਹਣ ਸਤ ਗੁੜ, ਸੱਚ ਸਰਾ ਕਰਸਾਰ। ਗੁਣ ਮੰਡੇ ਕਰ ਸ਼ੀਲ ਘਿਓ, ਸ਼ਰਮ ਮਾਸ ਆਹਾਰ। ਗੁਰਮੁਖ ਪਾਈਐ ਨਾਨਕਾ, ਖਾਧੈ ਜਾਹੇ ਬਿਕਾਰ। ਮਰਦਾਨਾ ਮਹਿਲਾ ਪਹਿਲਾ। ਹਾਂਜੀ, ਇਹ 3 ਸ਼ਲੋਕ ਸਾਡੇ ਇਸ ਪਾਠ ਵਿੱਚ ਆ ਰਹੇ ਨੇ ਅਤੇ ਇਹਨਾਂ 3 ਸ਼ਲੋਕਾਂ ਦੇ ਸਿਰਲੇਖ ਜਿਹੜੇ ਆ, ਹੈਡਿੰਗ ਜਿਹੜੇ ਆ, ਉਹ ਕੁਝ ਥੋੜਾ ਜਿਹਾ ਧਿਆਨ ਮੰਗਦੇ ਆ। ਤੁਹਾਡੇ ਕੋਲ ਪਾਠ ਆ ਰਿਹਾ ਸ਼ਲੋਕ ਮਰਦਾਨਾ 1 ਹੈ ਨਾ ਜੀ, ਇਦਾਂ ਹੀ ਹੋਣਾ ਮੇਰੇ ਖਿਆਲ। ਪੋਥੀਆਂ ਤੇ ਧਿਆਨ ਨਾਲ ਦੇਖਿਓ। ਸ਼ਲੋਕ ਮਰਦਾਨਾ ਪਹਿਲਾ, ਅਸੀਂ ਮਹਿਲਾ ਪਹਿਲਾ ਹੀ ਪੜ੍ਹਦੇ ਆ ਰਹੇ ਹਾਂ ਇਸ ਤਰ੍ਹਾਂ। ਹਾਂਜੀ, ਤਾਂ ਅਸਲ 'ਚ ਹੁਣ ਦੇਖੋ ਧਿਆਨ ਨਾਲ ਕਿ ਜੇ ਅਸੀਂ ਸ਼ਲੋਕ ਮਰਦਾਨਾ ਪਹਿਲਾ ਪੜ੍ਹਦੇ ਹਾਂ ਤੇ ਕੀ ਪਾਠ ਬਣਿਆ। ਥੋੜਾ ਇਹਨੂੰ ਧਿਆਨ ਨਾਲ ਸਮਝ ਲਿਓ ਤਾਂ ਕਿ ਸਾਡੇ 'ਚ ਕੋਈ ਭੁਲੇਖਾ ਨਾ ਰਵੇ। ਮੈਂ ਪਹਿਲਾਂ ਤਾਂ ਸ਼ਬਦਾਰਥ ਪੋਥੀ ਸਾਡੇ ਕੋਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸ਼ਬਦਾਰਥ ਨੂੰ ਛਾਪਦੀ ਹੈ। ਇਹਦੇ 'ਚ ਇੱਥੇ ਇਹਨਾਂ ਨੇ ਜ਼ਿਕਰ ਕੀਤਾ ਆ ਸ਼ਲੋਕ ਮਰਦਾਨਾ ਤੇ ਅੱਗੇ ਲਿਖਿਆ ਪਹਿਲਾ, ਹੈ ਨਾ। ਇੱਥੇ ਇਹਨਾਂ ਨੇ ਜ਼ਿਕਰ ਕੀਤਾ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਵੱਲੋਂ ਹੋ ਕੇ ਲਿਖਦੇ ਹਨ। ਸ਼ਲੋਕ ਗੁਰੂ ਨਾਨਕ ਸਾਹਿਬ ਦਾ ਆ, ਮਰਦਾਨੇ ਵੱਲੋਂ ਹੋ ਕੇ, ਜਾਨੀ ਮਰਦਾਨੇ ਨੂੰ ਸੰਬੋਧਨ ਕਰਕੇ ਲਿਖਦੇ ਆ। ਇਹ ਇੱਥੇ ਵਿਚਾਰ ਸ਼ਬਦਾਰਥ ਵਿੱਚ ਆ। ਮੇਰੇ ਕੋਲ ਦਰਪਣ ਪੋਥੀ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਦਰਪਣ ਹੈ। ਉਹਨਾਂ ਨੇ ਇੱਕ ਨੋਟ ਦਿੱਤਾ ਇਸ ਸ਼ਲੋਕ ਦੇ ਨਾਲ ਹੀ, ਭਾਈ ਮਰਦਾਨਾ ਆਪਣੀ ਕਿਸੇ ਰਚਨਾ ਵਿੱਚ, ਧਿਆਨ ਨਾਲ ਸੁਣ ਲਿਓ ਜੀ, ਭਾਈ ਮਰਦਾਨਾ ਆਪਣੀ ਕਿਸੇ ਰਚਨਾ ਵਿੱਚ ਲਫ਼ਜ਼ ਨਾਨਕ ਨਹੀਂ ਸੀ ਵਰਤ ਸਕਦਾ। ਨਾਨਕ ਸ਼ਬਦ ਦੀ ਵਰਤੋਂ ਭਾਈ ਮਰਦਾਨਾ ਜੀ ਨਹੀਂ ਕਰ ਸਕਦੇ। ਨਾਨਕ ਸ਼ਬਦ ਦੀ ਵਰਤੋਂ ਸਿਰਫ ਗੁਰੂ ਪਾਤਸ਼ਾਹ ਹੀ ਵਰਤਦੇ ਰਹੇ ਤੇ ਗੁਰੂ ਪਾਤਸ਼ਾਹ ਹੀ ਵਰਤ ਸਕਦੇ ਨੇ। ਨਾਨਕ ਛਾਪ ਦੀ ਮੋਹਰ ਜਿਹੜੀ ਹੈ ਇਹ ਸਿਰਫ ਗੁਰੂ ਸਾਹਿਬ ਨੇ ਵਰਤੀ ਹੈ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਤੇ 9ਵੇਂ ਪਾਤਸ਼ਾਹ ਜੀ ਨੇ। ਇਹਨਾਂ ਸਾਰਿਆਂ ਨੇ ਨਾਨਕ ਨਾਮ ਹੇਠ ਬਾਣੀ ਰਚੀ ਹੈ। ਭਾਈ ਮਰਦਾਨਾ ਜੀ ਨਾਨਕ ਨਾਮ ਦੀ ਵਰਤੋਂ ਨਹੀਂ ਕਰ ਸਕਦੇ, ਬਿਲਕੁਲ ਠੀਕ ਆ। ਅੱਗੇ ਦੇਖਿਓ, ਸ਼ਲੋਕ ਮਹਿਲਾ ਪਹਿਲਾ ਹੈ ਅਤੇ ਮਰਦਾਨੇ ਨੂੰ ਸੰਬੋਧਨ ਕੀਤਾ ਹੈ। ਤਿੰਨੇ ਸ਼ਲੋਕ ਮਹਿਲਾ ਪਹਿਲਾ ਦੇ ਹਨ। ਤਿੰਨੇ ਸ਼ਲੋਕ ਮਹਿਲਾ ਪਹਿਲਾ ਦੇ ਹਨ। ਇਹ ਰਾਏ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਦਿੱਤੀ ਆ। ਜਿਹੜੀ ਗੱਲ ਅਸੀਂ ਪੜ੍ਹ ਰਹੇ ਹਾਂ ਕਿ ਇਹਦੇ 'ਚ ਤੁਸੀਂ ਵੇਖਿਓ ਧਿਆਨ ਨਾਲ, ਅਖੀਰ ਤੇ ਨਾਨਕ ਸ਼ਬਦ ਦੀ ਵਰਤੋਂ ਪਹਿਲੇ ਸ਼ਲੋਕ ਵਿੱਚ ਵੀ ਹੋਈ ਆ। ਅਖੀਰ ਤੇ ਆਪਾਂ ਪੜ੍ਹ ਰਹੇ ਹਾਂ, ਗੁਰਮੁਖ ਪਾਈਐ ਨਾਨਕਾ, ਖਾਧੈ ਜਾਹੇ ਵਿਕਾਰ। ਔਰ ਜਿਹੜੇ ਵੀਰ ਭੈਣਾਂ ਤੁਹਾਡੇ ਵਿੱਚੋਂ ਪਾਠ ਖੁਦ ਆਪ ਸਹਿਜ ਪਾਠ ਕਰਦੇ ਰਹਿੰਦੇ ਆ ਜਾਂ ਥੋੜਾ ਜਿਹਾ ਵੀ ਧਿਆਨ ਦਿੰਦੇ ਆ, ਤੁਹਾਨੂੰ ਇੱਥੇ ਥੋੜੇ ਜਿਹੇ ਧਿਆਨ ਦਿੱਤੇ ਹੀ ਇਹ ਗੱਲ ਸਮਝ ਲੱਗ ਜਾਣੀ ਆ। ਦੇਖੋ, ਨਾਨਕਾ ਸ਼ਬਦ ਸੰਬੋਧਨ ਹੋ ਰਿਹਾ, ਗੁਰਮੁਖ ਪਾਈਐ ਨਾਨਕਾ, ਤਾਂ ਮਰਦਾਨਾ ਜੀ ਨਾਨਕ ਜੀ ਨੂੰ ਕਿਵੇਂ ਸੰਬੋਧਨ ਕਰ ਸਕਦੇ ਆ? ਨਾਨਕ ਸ਼ਬਦ ਦੀ ਵਰਤੋਂ ਕਿਵੇਂ ਕਰ ਸਕਦੇ ਆ?
ਔਰ ਆਪਾਂ ਜਿਹੜੀ ਪਿੱਛੋਂ ਵੀ ਬਾਣੀ ਪੜ੍ਹਦੇ ਆ ਰਹੇ ਹਾਂ, ਜਦੋਂ ਨਾਨਕ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਆ ਤਾਂ ਉਹ ਆਪਣੇ ਆਪ ਨੂੰ ਆਪਣੇ ਨਾਂ ਨਾਲ ਸੰਬੋਧਨ ਕਰਦੇ ਆ। ਨਾਨਕ, ਨਾਨਕਾ। ਇੱਥੇ ਜਦੋਂ ਨਾਨਕਾ ਸ਼ਬਦ ਵਰਤਿਆ ਗਿਆ ਆ ਤਾਂ ਯਕੀਨਨ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਆ। ਜਦੋਂ ਅਸੀਂ ਇਹਦਾ ਅਗਲਾ ਸ਼ਲੋਕ ਵੇਖ ਰਹੇ ਹਾਂ ਤਾਂ ਉੱਥੇ ਵੀ ਤੁਸੀਂ ਵੇਖ ਸਕਦੇ ਹੋ ਨਾਨਕ ਸ਼ਬਦ ਸੰਬੋਧਨ 'ਚ ਹੀ ਰੱਖਿਆ ਹੋਇਆ। ਨਾਨਕ ਇਹ ਭੋਜਨ ਸੱਚ ਹੈ, ਹੇ ਨਾਨਕ ਇਹ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਦੂਜੇ ਸ਼ਲੋਕ ਵਿੱਚ ਵੀ ਸਾਨੂੰ ਨਾਨਕ ਸ਼ਬਦ ਸੰਬੋਧਨ 'ਚ ਮਿਲ ਰਿਹਾ। ਔਰ ਗੁਰੂ ਪਿਆਰਿਓ, ਨਾਨਕ ਸ਼ਬਦ ਸੰਬੋਧਨ ਭਾਈ ਮਰਦਾਨਾ ਨਹੀਂ ਕਰ ਸਕਦੇ, ਉਹ ਆਪਣੇ ਨਾਂ ਦੀ ਵਰਤੋਂ ਕਰਨਗੇ, ਜਿਵੇਂ ਕਬੀਰ ਸਾਹਿਬ ਹੋਰਾਂ ਨੇ ਪਹਿਲਾਂ ਕੀਤੀ ਹੋਈ ਆ, ਨਾਮਦੇਵ ਜੀ ਹੋਰਾਂ ਨੇ ਆਪਣੇ ਸ਼ਬਦਾਂ 'ਚ ਆਪਣੇ ਨਾਂ ਦੀ ਵਰਤੋਂ ਕੀਤੀ ਹੋਈ ਹੈ। ਇੱਥੇ ਅੱਗੇ ਤੁਸੀਂ ਤੀਜਾ ਸ਼ਲੋਕ ਵੀ ਵੇਖੋਗੇ ਜਿਹਦੇ 'ਚ ਨਾਨਕ ਪਦ ਦੀ ਵਰਤੋਂ ਭਾਵੇਂ ਨਹੀਂ ਮਿਲ ਰਹੀ, ਪਰ ਤੀਜਾ ਸ਼ਲੋਕ ਵੀ ਉਹਦੇ ਤੇ ਕੋਈ ਵੀ ਸਿਰਲੇਖ ਮਹਿਲਾ ਪਹਿਲਾ, ਦੂਜਾ, ਤੀਜਾ ਜਾਂ ਮਰਦਾਨਾ ਕੁਝ ਵੀ ਨਹੀਂ ਆ। ਉਹ ਤੀਜਾ ਸ਼ਲੋਕ ਵੀ ਇੱਕ ਬਿਨਾਂ ਸਿਰਲੇਖ ਤੋਂ ਆ ਰਿਹਾ। ਤੋ ਇਹ ਤਿੰਨੇ ਸ਼ਲੋਕ ਗੁਰੂ ਨਾਨਕ ਸਾਹਿਬ ਦੇ ਆਪਣੇ ਆ, ਭਾਈ ਮਰਦਾਨਾ ਜੀ ਦੇ ਸ਼ਲੋਕ ਨਹੀਂ ਹਨ। ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰ ਦਿੰਦਾ, ਉੱਤੇ ਮਰਦਾਨਾ ਜੀ ਦਾ ਨਾਂ ਆ ਰਿਹਾ। ਅਸੀਂ ਇਹ ਕਹੀਏ ਕਿ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਮਰਦਾਨਾ ਜੀ ਨੂੰ ਸੰਬੋਧਨ ਆ, ਤੇ ਇਦਾਂ ਸੰਬੋਧਨ ਆ ਜਿੱਦਾਂ ਗੁਰੂ ਨਾਨਕ ਸਾਹਿਬ ਜੀ ਨੇ ਐਮਨਾਬਾਦ ਵਿੱਚ ਬੈਠਿਆ ਹੋਇਆ ਭਾਈ ਲਾਲੋ ਨੂੰ ਸੰਬੋਧਨ ਕਰਦਿਆਂ ਆਖਿਆ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ। ਜਿਵੇਂ ਲਾਲੋ ਨੂੰ ਸੰਬੋਧਨ ਹੋਇਆ, ਇਵੇਂ ਆਪਣੇ ਬਹੁਤ ਪਿਆਰੇ ਸਾਥੀ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਇਹ ਤਿੰਨੇ ਸ਼ਲੋਕ ਸੰਬੋਧਨ ਕਰਕੇ ਉਚਾਰਨ ਕੀਤੇ। ਸ਼ਲੋਕ ਗੁਰੂ ਨਾਨਕ ਸਾਹਿਬ ਦੇ ਆ ਔਰ ਸੰਬੋਧਨ ਭਾਈ ਮਰਦਾਨਾ ਜੀ ਨੂੰ ਹੋਇਆ। ਇਸ ਤੋਂ ਬਾਅਦ ਕੁਝ ਹੱਥ ਲਿਖਤ ਬੀੜਾਂ ਜਿਹੜੀਆਂ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਵੀ ਸੰਭਾਲੀਆਂ ਨੇ, ਕੁਝ ਨਿੱਜੀ ਲਾਇਬ੍ਰੇਰੀਆਂ ਦਾ ਹਿੱਸਾ ਵੀ ਨੇ। ਔਰ ਇੱਕ ਬੀੜ ਦੇ ਪਰਸੋਂ ਚੌਥੀ ਮੈਂ ਦਰਸ਼ਨ ਕਰ ਰਿਹਾ ਸਾਂ, ਉਹਦੇ ਵਿੱਚ ਜਿਹੜੇ ਵਿਸ਼ੇਸ਼ ਰੈਫਰੈਂਸ ਆਏ ਆ ਉਹ ਸਾਰੇ ਵਿਸ਼ੇਸ਼ ਰੈਫਰੈਂਸ ਜੇ ਆਪ ਜੀ ਦਰਸ਼ਨ ਵੀ ਕਰਨਾ ਚਾਹੋ ਤਾਂ ਕਰ ਲਿਓ। ਮੈਂ ਉਹਨਾਂ ਨੂੰ ਦੇਖ ਰਿਹਾ ਸਾਂ ਕਿਉਂਕਿ ਉਹ ਇਸ ਕੰਮ ਦੇ ਵਿੱਚ ਲੱਗੇ ਰਹਿੰਦੇ ਨੇ। ਹਰਜਿੰਦਰ ਸਿੰਘ ਕੜਸਾਣਾ ਇੱਕ ਆਈਡੀ ਹੈ, ਉਹਦੇ ਤੇ ਉਹ ਬਕਾਇਦਾ ਇਹ ਸਾਰਾ ਕੰਮ ਕਰਦੇ ਰਹਿੰਦੇ, ਪੁਰਾਤਨ ਬੀੜਾਂ ਪਾਠ ਜੋ ਸਾਰਾ। ਤਾਂ ਉੱਥੇ ਉਹਨਾਂ ਨੇ ਥੋੜੇ ਦਿਨ 3-4 ਦਿਨ ਪਹਿਲਾਂ ਇੱਕ ਬੀੜ ਦੇ ਦਰਸ਼ਨ ਕਰਵਾਏ। ਉਸ ਬੀੜ ਦੇ ਹੱਥ ਲਿਖਤ ਬੀੜ ਦੇ ਵਿੱਚ ਜਿਵੇਂ ਇੱਥੇ ਮਰਦਾਨਾ ਸ਼ਲੋਕ ਮਰਦਾਨਾ ਪਹਿਲਾ ਆ ਰਿਹਾ, ਬਕਾਇਦਾ ਉਹਨਾਂ ਨੇ ਉੱਥੇ ਹਿੰਟ ਦਿੱਤੇ ਹੋਇਆ ਕਿ ਇਹਦੇ ਬੀੜ ਦੇ ਵਿੱਚ ਪਾਠ ਸ਼ਲੋਕ ਮਰਦਾਨਾ ਮਹਿਲਾ ਪਹਿਲਾ ਆ ਰਿਹਾ। ਜਿਵੇਂ ਦੂਜੇ ਦੇ ਵਿੱਚ ਆਇਆ ਮਰਦਾਨਾ ਪਹਿਲਾ, ਇਦਾਂ ਇੱਥੇ ਵੀ ਆ ਰਿਹਾ ਮਰਦਾਨਾ ਮਹਿਲਾ ਪਹਿਲਾ। ਤਾਂ ਇਹਨਾਂ ਨਾਲ ਸਿਰਲੇਖ ਬਕਾਇਦਾ ਹੈਗੇ ਆ। ਤਾਂ ਅਸੀਂ ਜਿਹੜਾ ਪਾਠ ਕਰ ਰਹੇ ਹਾਂ ਬਿਲਕੁਲ ਠੀਕ ਇਸੇ ਤਰੀਕੇ ਨਾਲ ਹੀ ਪਾਠ ਅਸੀਂ ਕਰੀਏ। ਮਰਦਾਨਾ ਪਹਿਲਾ ਕੋਈ ਵੀ ਇਹਦਾ ਤੁਸੀਂ ਦੇਖੋ ਅਰਥ ਨਹੀਂ ਬਣਦਾ। ਮਰਦਾਨਾ ਪਹਿਲਾ ਇਹਦਾ ਮਤਲਬ ਪਹਿਲਾ ਮਰਦਾਨਾ ਦੂਜਾ ਮਰਦਾਨਾ ਵੀ ਕੋਈ ਹੋਏਗਾ ਫਿਰ। तो मर्दाना पहला नहीं, मर्दाना महला पहला। श्लोक मर्दाना महला पहला। श्लोक तिन्ने ही गुरु नानक साहब जी दे आ। और जदों असी जे इस तरह समझ लईए, इस तरह मन लईए, तो फिर एक साडा झमेला होर भी दूर होएगा। आम तौर पर असी जदों किसी नाल गलबात करते हैं जां किसी नाल सवाल जवाब के चक्कर च पैने आ, तो आम तौर पर साडे कई वीर भैणां कई वारी थोड़ा जिहा उलझदे भी आ। वो कहते जी गुरु ग्रंथ साहब दे विच 36 महापुरुषां दी बाणी आ, तो 36 दे विच जिहड़े 4 गुरसिख आ उन्हां च भाई मरदाने नूं जदों असीं गिणदे आ तां 36 हुंदे आ। 6 गुरु साहिबान, 15 भगत, 11 भट्ट, ते जे 4 गुरसिख गिणदे आ तां फिर 36 हो जांदे आ। तां जद इत्थे जे भाई मरदाना जी दी ये बाणी नहीं, ये बाणी गुरु नानक साहब दी आ, तां फिर अपने आप ही 35 होणगे।
ਫਿਰ ਉਹ ਆਪਣੇ ਆਪ ਹੀ 35 ਹੋਣਗੇ। ਠੀਕ ਹੈ ਜੀ। ਇਹਦੇ ਬਾਰੇ ਤੁਸੀਂ ਹੋਰ ਵੀ ਜੇ ਤੁਹਾਡੇ ਮਨ 'ਚ ਵੀ ਕੋਈ ਹੋਇਆ ਤੁਸੀਂ ਸਾਨੂੰ ਲਿਖ ਕੇ ਵੀ ਦੇ ਦਿਓ, ਔਰ ਆਪ ਖੁਦ ਵੀ ਹੋਰ ਥੋੜਾ ਬਹੁਤਾ ਪੜ੍ਹਨ ਦਾ ਯਤਨ ਕਰਿਓ। ਇਹ ਤਿੰਨੇ ਹੀ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਉਚਾਰਨ ਕੀਤੇ ਹੋਇਆ, ਔਰ ਇਹਨਾਂ ਦਾ ਪਾਠ ਸ਼ਲੋਕ ਮਰਦਾਨਾ ਮਹਿਲਾ ਪਹਿਲਾ, ਮਰਦਾਨਾ ਮਹਿਲਾ ਪਹਿਲਾ ਇਦਾਂ ਹੀ ਹੋਏਗਾ। ਹਾਂਜੀ। ਮਰਦਾਨਾ ਮਹਿਲਾ ਪਹਿਲਾ, ਕਾਇਆ ਲਾਹਣ ਆਪ ਮਦ, ਮਜਲਸ ਤ੍ਰਿਸ਼ਨਾ ਘਾਤ, ਮਨਸਾ ਕਟੋਰੀ ਕੂੜ ਭਰੀ, ਪੀ ਲਾਏ ਜਮਕਾਲ। ਇਤ ਮਦ ਪੀਤੈ ਨਾਨਕਾ, ਬਹੁਤੇ ਖਟੀਆਂ ਵਿਕਾਰ, ਗਿਆਨ ਗੁੜ ਸਾਲਾ ਮੰਡੇ, ਭਉ ਮਾਸ ਆਹਾਰ। ਨਾਨਕ ਇਹ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਕਾਇਆ ਲਾਹਣ ਆਪ ਮਦ, ਅੰਮ੍ਰਿਤ ਤਿਸ ਕੀ ਧਾਰ, ਸਤ ਸੰਗਤ ਸਿਉ ਮਿਲਾਪ ਹੋਏ, ਲੇਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟੈ ਵਿਕਾਰ। ਪੌੜੀ। ਆਪੇ ਸੁਰ ਨਰ ਗਣ ਗੰਧਰਵ, ਆਪੇ ਖਟ ਦਰਸ਼ਨ ਕੀ ਬਾਣੀ, ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਅਕਥ ਕਹਾਣੀ। ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਿਰੈ ਬਿਬਾਣੀ, ਆਪੇ ਨਾਲ ਗੋਸਟ ਆਪ ਉਪਦੇਸੈ, ਆਪੇ ਸੁਖਾੜ ਸਰੂਪ ਸਿਆਣੀ। ਜਿਹੜੇ ਵੀਰ ਭੈਣਾਂ ਤੁਹਾਡੇ ਚੋਂ ਜਦੋਂ ਅਸੀਂ ਭਾਈ ਮਰਦਾਨਾ ਜੀ ਨੂੰ ਸੰਬੋਧਨ ਕੀਤੇ ਹੋਏ ਸ਼ਲੋਕਾਂ ਦੀ ਗੱਲ ਕਰ ਰਹੇ ਸਾਂ, ਜਿਹੜੇ ਨੋਟ ਕਰਦੇ ਆ ਉਹਨਾਂ ਦੇ ਧਿਆਨ ਵਾਸਤੇ ਮੈਂ ਦੇਖ ਰਿਹਾ ਸਾਂ ਮਹਾਨ ਕੋਸ਼ ਦੇ ਵਿੱਚ ਵੀ ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਵੀ ਇੰਨਾ ਜ਼ਿਕਰ ਜ਼ਰੂਰ ਕੀਤਾ ਹੋਇਆ ਕਿ ਭਾਈ ਮਰਦਾਨਾ ਜੀ ਦੇ ਜਿਹੜਾ ਜੀਵਨ ਦੇ ਉੱਤੇ ਸੰਖੇਪ ਜੀ ਜਾਣਕਾਰੀ ਦਿੰਦੇ ਆ, ਉਹਨਾਂ ਨੇ ਉਹਦੇ ਵਿੱਚ ਵੀ ਜ਼ਿਕਰ ਕੀਤਾ ਆ। ਕਹਿੰਦੇ ਵਾਰ ਬਿਹਾਗੜਾ ਵਿੱਚ ਭਾਈ ਮਰਦਾਨੇ ਦੇ ਨਾਮਪੁਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 2 ਸ਼ਲੋਕ ਦੇਖੀਦੇ ਹਨ। ਉਹਨਾਂ ਨੇ 2 ਦਾ ਜ਼ਿਕਰ ਕੀਤਾ ਕਿਉਂਕਿ ਤੀਜੇ ਦੇ ਉੱਤੇ ਹੈਡਿੰਗ ਹੀ ਹੈ ਨਹੀਂ। 2 ਸ਼ਲੋਕ ਭਾਈ ਮਰਦਾਨਾ ਜੀ ਦੇ ਨਾਮਪੁਰ ਦੇਖੀਦੇ ਹਨ ਗੁਰੂ ਨਾਨਕ ਸਾਹਿਬ ਜੀ ਦੇ, ਇਹ ਲਿਖਿਆ ਹੋਇਆ, ਜਾਨੀ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਹੀ ਆ। ਤੋ ਅਸੀਂ 3 ਰੈਫਰੈਂਸ ਮੌਕੇ ਤੇ ਹੀ ਦੇਖ ਰਹੇ ਹਾਂ। ਭਾਈ ਕਾਨ ਸਿੰਘ ਜੀ ਨਾਭਾ ਮਹਾਨ ਕੋਸ਼, ਦੂਜਾ ਸਾਡੇ ਕੋਲ ਪ੍ਰੋਫੈਸਰ ਸਾਹਿਬ ਸਿੰਘ ਜੀ, ਉਹ ਨੋਟ ਵੀ ਮੈਂ ਪੜ੍ਹ ਦਿੱਤਾ ਹੈ। ਤੀਜਾ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਕਾਸ਼ਿਤ ਕੀਤਾ ਹੋਇਆ ਸ਼ਬਦਾਰਥ ਪੋਥੀ ਆ, ਉਹਦੇ ਵਿੱਚ ਵੀ ਸ਼ਲੋਕ ਗੁਰੂ ਨਾਨਕ ਸਾਹਿਬ ਦੇ ਹੀ ਲਿਖਿਆ ਹੋਇਆ ਸਾਨੂੰ ਮਿਲ ਰਿਹਾ ਹੈ ਜੀ। ਆਪਣਾ ਚੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ। ਸ਼ਲੋਕ ਮਹਿਲਾ ਤੀਜਾ। ਇਹਾ ਸੰਧਿਆ ਪਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਹਰ ਸਿਉ ਪ੍ਰੀਤ ਤੁਜੈ, ਮਾਇਆ ਮੋਹ ਜਲਾਵੈ। ਗੁਰ ਪ੍ਰਸਾਦੀ ਦੁਬਦਾ ਮਰੈ, ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨਾ ਟਿਕੈ, ਮਰ ਜੰਮੈ ਹੋਏ ਖੁਆਰ। ਮਹਿਲਾ ਤੀਜਾ। ਹਾਂਜੀ ਬਿਲਕੁਲ ਠੀਕ ਆ। ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨਾ ਟਿਕੈ, ਮਰ ਜੰਮੈ ਹੋਏ ਖੁਆਰ। ਇਹ ਵਿਸ਼ਰਾਮ ਇਦਾਂ ਹੀ ਰੱਖਿਆ ਜਾਏ ਜੀ। ਠੀਕ। ਮਹਿਲਾ ਤੀਜਾ। ਪ੍ਰਯੋ ਪ੍ਰਯੋ ਕਰਤੀ ਸਭ ਜਗ ਫਿਰੀ, ਮੇਰੀ ਪਿਆਸ ਨਾ ਜਾਏ। ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ, ਫਿਰ ਪਾਇਆ ਕਰ ਆਏ। ਪੌੜੀ। ਆਪੇ ਤੰਤਰ ਪਰਮ ਤੰਤ ਸਭ ਆਪੇ, ਆਪੇ ਠਾਕੁਰ ਦਾਸ ਭਇਆ। ਆਪੇ 10 8 ਵਰਨ ਉਪਾਇਨ, ਆਪ ਬ੍ਰਹਮ ਆਪ ਰਾਜ ਦਇਆ। ਆਪੇ ਮਾਰੈ ਆਪੇ ਛੋਟੈ, ਆਪੇ ਬਖਸ਼ੇ ਕਰੈ ਦਇਆ। ਆਪ ਅਭੁੱਲ ਨਾ ਭੁੱਲੈ ਕਬਹੀ, ਸਭ ਸੱਚ ਤਪਾਵਸ ਸੱਚ ਥਿਆ। ਆਪਾਂ ਪਹਿਲਾਂ ਵੀ ਨੋਟ ਕਰ ਚੁੱਕੇ ਹਾਂ ਜੀ, ਦੁਬਾਰਾ ਪਾਠ ਫਿਰ ਨੋਟ ਕਰੋ। ਆਪ ਅਭੁੱਲ, ਹਾਂਜੀ, ਆਪ ਅਭੁੱਲ ਨਾ ਭੁੱਲੈ ਕਬਹੀ, ਸਭ ਸੱਚ ਤਪਾਵਸ ਸੱਚ ਥਿਆ। ਉਹ ਭੁੱਲਦਾ ਨਹੀਂ ਹੈ, ਉਹ ਭੁੱਲਦਾ
ਨਹੀਂ ਹੈ, ਗਲਤੀਆਂ ਨਹੀਂ ਕਰਦਾ। ਇਹ ਧਿਆਨ 'ਚ ਰੱਖਿਓ। ਆਪਾਂ ਪਹਿਲਾਂ ਵੀ ਨੋਟ ਕਰ ਚੁੱਕੇ ਹਾਂ। ਦੁਬਾਰਾ ਪਾਠ ਸਾਡੇ ਸਾਹਮਣੇ ਗੁਰੂ ਰਾਮਦਾਸ ਜੀ ਦਾ ਫੇਰ ਆ ਰਿਹਾ ਹੈ। ਹਾਂਜੀ। ਆਪੇ ਜਿਨਾ 부ਝਾਏ ਗੁਰਮੁਖ ਤਿੰਨ ਅੰਦਰੋਂ ਦੂਜਾ ਭਰਮ ਗਿਆ। ਸ਼ਲੋਕ ਮਹਲਾ ਪੰਜਵਾਂ। ਹਰ ਨਾਮ ਨ ਸਿਮਰੈ ਸਾਧ ਸੰਗ ਤੈ ਤਨ ਉਡੈ। ਜਿਨ ਕੀਤੀ ਕਿਸੇ ਨਾ ਜਾਣੀ ਨਾਨਕ ਫਿਟ ਅਲੂਣੀ ਦੇ। ਮਹਲਾ ਪੰਜਵਾਂ। ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ। ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਪੌੜੀ। ਆਪੇ ਅਸੀਂ ਕੱਲ ਪਾਠ ਕਰਦਿਆਂ ਪ੍ਰਮਾਣ ਦੇ ਤੌਰ ਤੇ ਇਸ ਸ਼ਲੋਕ ਨੂੰ ਦੇਖਿਆ ਸੀ ਜੀ। ਹਰ ਨਾਮ ਨ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ। ਕਿਉਂਕਿ ਕੱਲ ਆਪਾਂ ਇੱਕ ਸ਼ਲੋਕ ਦੀ ਵਿਚਾਰ ਕਰ ਰਹੇ ਸਾਂ, ਜਿਨ੍ਹਾਂ ਨੇ ਜਿਉਂਦਿਆਂ ਰੱਬ ਦਾ ਨਾਮ ਨਹੀਂ ਜਪਿਆ ਮੋਆ ਰਲੰਦੜੋ ਖਾਕ। ਤਾਂ ਉੱਥੇ ਅਸੀਂ ਇਸ ਪ੍ਰਮਾਣ ਦੀ ਵਰਤੋਂ ਕਰ ਰਹੇ ਸਾਂ। ਤਾਂ ਆਹ ਸ਼ਲੋਕ ਹੁਣ ਸਾਡੇ ਸਾਹਮਣੇ ਵੀ ਆ ਗਿਆ। ਜੇ ਤੁਹਾਡੇ ਕੋਲ ਦਰਪਣ ਪੋਥੀ ਵੀ ਹੈ ਤਾਂ ਤੁਸੀਂ ਦਰਸ਼ਨ ਕਰ ਸਕਦੇ ਹੋ। ਇੱਥੇ ਸਾਹਿਬ ਸਿੰਘ ਜੀ ਨੇ ਅਰਥ ਕਰਦਿਆਂ ਬਹੁਤ ਖੂਬ ਲਿਖਿਆ, ਜੋ ਮਨੁੱਖ ਸਾਧ ਸੰਗਤ ਵਿੱਚ ਹਰੀ ਦਾ ਨਾਮ ਨਹੀਂ ਸਿਮਰਦੇ ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਹੈ, ਭਾਵ ਉਹਨਾਂ ਦੇ ਸਰੀਰ ਨੂੰ ਫਿਟਕਾਰ ਪੈਂਦੀ ਹੈ। ਹੇ ਨਾਨਕ, ਪ੍ਰੇਮ ਤੋਂ ਸਖਣੇ ਉਸ ਸਰੀਰ ਨੂੰ ਧਿਕਾਰ ਹੈ ਜੋ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ। ਤੋ ਇੱਥੇ ਤੈ ਤਨ ਉੱਡੈ ਖੇ, ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਹੈ, ਭਾਵ ਉਹਨਾਂ ਦੇ ਸਰੀਰ ਨੂੰ ਫਿਟਕਾਰ ਪੈਂਦੀ ਹੈ, ਲਾਹਣਤ ਪੈਂਦੀ ਹੈ। ਇਹ ਅਰਥ ਸਾਹਿਬ ਸਿੰਘ ਜੀ ਨੇ ਕੀਤੇ ਹੋਏ ਆ। ਸੋ ਵਿਕਾਰਾਂ ਦੇ ਨਾਲ ਜੁੜਨ ਕਰਕੇ ਬੰਦਾ ਖੇ ਖਰਾਬੀਆਂ 'ਚ ਪੈਂਦਾ ਆ ਔਰ ਖੇ ਉਡਾਉਂਦਾ ਰਹਿੰਦਾ ਹੈ ਸਾਰੀ ਜ਼ਿੰਦਗੀ। ਪੌੜੀ। ਆਪੇ 68 ਤੀਰਥ ਕਰਤਾ ਆਪ ਕਰੇ ਇਸ਼ਨਾਨ। ਆਪੇ ਸੰਜਮ ਵਰਤੈ ਸੁਆਮੀ ਆਪ ਜਪਾਏ ਨਾਮ। ਆਪ ਦਇਆਲ ਹੋਏ ਭਉ ਖੰਡਨ ਆਪ ਕਰੈ ਸਭ ਦਾਨ। ਜਿਸਨੂੰ ਗੁਰਮੁਖ ਆਪ 부ਝਾਏ ਸੋ ਸਦਹੀ ਦਰਗਾਹ ਪਾਏ ਮਾਨ। ਜਿਸ ਦੀ ਪੈਜ ਰਖੈ ਹਰ ਸੁਆਮੀ ਸੋ ਸੱਚਾ ਹਰ ਜਾਨ। ਸ਼ਲੋਕ ਮਹਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ। ਸ਼ਬਦੇ ਸਿਉ ਚਿਤ ਨਾ ਲਾਵਈ ਜਿਤ ਸੁਖ ਵਸੈ ਮਨ ਆਏ। ਤਾਮਸ ਲੱਗਾ ਸਦਾ ਫਿਰੈ ਅਹਨਿਸ ਜਲਤ ਬਿਹਾਏ। ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਏ। ਮਹਲਾ ਤੀਜਾ। ਸਤਿਗੁਰੂ ਫੁਰਮਾਇਆ ਕਾਰੀ ਏ ਕਰਿਓ। ਗੁਰੂ ਦੁਆਰੈ ਹੋਏ ਕੈ ਸਾਹਿਬ ਸੰਭਾਲਿਓ। ਸਾਹਿਬ ਸਦਾ ਹਜ਼ੂਰ ਹੈ ਭਰਮੇ ਕੇ ਛੋੜ ਕੱਟ ਕੈ ਅੰਤਰ ਜੋਤ ਤਰਿਓ। ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਏ ਲਾਏ। ਸਤਿਗੁਰ ਕਾ ਭਾਣਾ ਚਿਤ ਰਖੋ ਸੰਜਮ ਸੱਚਾ ਨੇ। ਨਾਨਕ ਐਥੇ ਸੁਖ ਹੈ ਅੰਦਰ ਰਖਸੀ ਅੱਗੇ ਹਰ ਸਿਉ ਕੇਲ ਕਰੇ। ਪੌੜੀ। ਹਾਂਜੀ, ਸਤਿਗੁਰੂ ਜੀ ਦਾ ਹੁਕਮ ਨੋਟ ਕਰਕੇ ਰੱਖਣਾ ਜੀ। ਸਿੱਧਾ ਹੁਕਮ ਹੈ। ਸਤਿਗੁਰੂ ਫਰਮਾਇਆ, ਸਤਿਗੁਰੂ ਫਰਮਾਇਆ ਆਖਿਆ ਕਿ ਕਾਰੀ ਏ ਕਰੇ ਹੋ। ਕਾਰੀ ਕੰਮ, ਆ ਕੰਮ ਕਰਿਓ। ਕੀ ਕੰਮ ਆ? ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲੇ ਹੋ। ਗੁਰੂ ਦੁਆਰੇ ਹੋਏ ਕੈ, ਗੁਰੂ ਦੁਆਰੇ ਦਾ ਮਤਲਬ ਹੈ ਗੁਰੂ ਦੇ ਰਾਹੀਂ, ਗੁਰੂ ਦੇ ਚਰਨੀ ਲੱਗ ਕੇ ਸਾਹਿਬ ਸੰਭਾਲੇ ਹੋ, ਅਕਾਲ ਪੁਰਖ ਜੀ ਨੂੰ ਸੰਭਾਲਿਓ।
किन्ने आख्या? गुरु द्वारे होए कै साहिब संभाले हो। किन्ने आख्या? गुरु ने आख्या। सतगुरु फरमाया। किन्ने आख्या? सतगुरु ने आख्या। सतगुरु फरमाया, सतगुरु ने फरमाया। की आख्या? साहिब संभाले हो, साहिब दी संभाल करियो। किदां? गुरु द्वारे होए के, गुरु दे अनुसार होके, गुरु दे राही होके साहिब दी संभाल करियो भाई। तो सीधा हुक्म है साडे लई। तो सानू बहुत कुछ इस तरह का सतगुरु ने सीधा डायरैक्ट हुक्म करके भी किया होया कि तुसी आ काम जरूर करियो। जिद्दां असीं रोज पढ़दे हां, आग्या भई अकाल की तभी चलायो पंथ, सब सिखन को हुक्म है। हुक्म है सीधा। तो इदां ही इत्थे महाराज कहंदे आ सतगुरु फरमाया, सतगुरु ने आख्या आ भाई कारी ये करे, आ काम करो। हाँ जी। पौड़ी आपे भार 18 बनस्पत, आपे ही फल लाए, आपे माली आप सब सिंचाए, आप ही मुँह पाए, आपे ही, आपे ही मुँह पाए, आपे करता आपे भुगता, आपे दे दिवाए, आपे साहिब आपे है राखा, आपे रया समाए। जन नानक वडियाई आखे, हर करते की जिसनु तिल ना तमाए। श्लोक मैला तीजा, मानस भरिया आणिया, मानस भरिया आए। जित पीता मद दूर होए, बरल पवै विच आए। अपना पराया ना पछाणी, खसमों धक्के खाए। ਮੈਨੂੰ ਲੱਗਦਾ ਜੀ ਸ਼ਾਇਦ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਵੇਗਾ, ਸਾਨੂੰ ਸਟੇਜ ਤੇ ਥੋੜਾ ਮਹਿਸੂਸ ਹੋ ਰਿਹਾ। ਆਵਾਜ਼ ਘੱਟ ਨਹੀਂ ਹੈ ਸਾਊਂਡ ਦੀ ਕਿ ਠੀਕ ਹੈ ਤੁਹਾਡੇ ਵੱਲ? ਇਧਰ ਠੀਕ ਹੈ ਤੁਹਾਡੇ ਵੱਲ? ਹਾਂਜੀ। जित पीता खसम विसरै, दरगाह मिलै सजाए। झूठा मद मूल ना पीचई, जे का पार वसाए। नानक नगरी सच मद पाइयै, सतगुर मिलै जिस आए। सदा साहिब कै रंग रहै, महली पावै थाऊं, महला तीजा। कई बार ਸ਼ਾਇਦ ਤੁਹਾਨੂੰ ਵੀ ਕਈ ਸੱਜਣ ਟੱਕਰੇ ਹੋਣ, ਸਾਡੇ ਨਾਲ ਵੀ ਵਾਹ ਵਾਸਤਾ ਪੈਂਦਾ ਰਹਿੰਦਾ ਜਦੋਂ ਨਸ਼ਿਆਂ ਦੀ ਗੱਲ ਕੀਤੀ ਜਾਏ ਤੇ ਖਾਸ ਕਰਕੇ ਸ਼ਰਾਬ ਬਾਰੇ ਗੱਲ ਕੀਤੀ ਜਾਏ। ਤਾਂ ਆਮ ਤੌਰ ਤੇ ਜਿਹੜੇ ਅਣਜਾਣ ਆ ਜਾਂ ਜਾਣ-ਬੁੱਝ ਕੇ ਬਣੇ ਹੋਏ ਅਣਜਾਣ ਆ, ਇੱਕ ਆ ਵੀ ਅਣਜਾਣ ਪਤਾ ਨਹੀਂ, ਇੱਕ ਆ ਕਿ ਜਾਣ-ਬੁੱਝ ਕੇ ਅਣਜਾਣ ਬਣੇ, ਉਹਨਾਂ ਨੇ ਆਪਣਾ ਕੰਮ ਛੱਡਣਾ ਨਹੀਂ ਨਾ। ਤਾਂ ਉਹ ਫਿਰ ਇਦਾਂ ਵੀ ਕਹਿਣਗੇ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ ਸ਼ਰਾਬ ਨਹੀਂ ਪੀਣੀ। ਤਾਂ ਜੇ ਕੋਈ ਤੁਹਾਨੂੰ ਇਦਾਂ ਦਾ ਸੱਜਣ ਕਿਤੇ ਮਿਲ ਪੈਂਦਾ ਆ, ਟੱਕਰਦਾ ਆ, ਤਾਂ ਆ ਸ਼ਲੋਕ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ। ਤੁਸੀਂ ਇਸ ਸ਼ਲੋਕ ਨੂੰ ਸੁਣ ਲਿਆ, ਪਾਠ ਵੀ ਦੇਖ ਲਿਆ। ਆ ਦੇਖਿਓ ਧਿਆਨ ਨਾਲ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਜਿਤ ਪੀਤੈ ਖਸਮ ਵਿਸਰੈ, ਦਰਗਾਹ ਮਿਲੈ ਸਜਾਏ। ਤੇ ਮਹਾਰਾਜ ਨੇ ਫਿਰ ਫੈਸਲਾ ਕੀ ਦਿੱਤਾ? ਝੂਠਾ ਮਦ ਮੂਲ ਨਾ ਪੀਚਈ, ਜੇਕਾ ਪਾਰ ਵਸਾਏ। ਤਾਂ ਮੈਂ ਆਮ ਤੌਰ ਤੇ ਇੱਕ ਗੱਲ ਵਿਚਾਰ ਦੇ ਦੌਰਾਨ ਸੰਗਤ ਨਾਲ ਜਾਂ ਵਿਦਿਆਰਥੀਆਂ ਨਾਲ ਸਾਂਝੀ ਕਰਦਿਆਂ ਕਹਿਣਾ ਵਾ, ਇੱਥੇ ਲਿਖਿਆ ਜੇ ਕਾ ਪਾਰ ਵਸਾਏ। ਤੇ ਜੇ ਕਾ ਪਾਰ ਵਸਾਏ ਦਾ ਅਰਥ ਪਤਾ ਕੀ ਕੀਤਾ?
ਜਿੱਥੋਂ ਤੱਕ ਵਸ ਚੱਲੇ। ਤੇ ਮੈਂ ਆਮ ਤੌਰ ਤੇ ਕਹਿਣਾ ਕਿ ਇਹ ਮਹਾਰਾਜ ਨੇ ਹੋਰ ਵੀ ਇੱਕ ਥਾਂ ਵਰਤਿਆ, ਜਿਵੇਂ ਲੋਭੀ ਕਾ ਵੇ ਸਾਹ ਨਾ ਕੀਚੈ ਜੇ ਕਾ ਪਾਰ ਵਸਾਏ। ਉੱਥੇ ਵੀ ਕਹਿੰਦੇ ਲੋਭੀ ਦਾ ਵਿਸਾਹ ਨਾ ਕਰੋ ਜਿੱਥੋਂ ਤੱਕ ਵਸ ਚੱਲੇ। ਤੇ ਮੈਂ ਆਮ ਤੌਰ ਤੇ ਕਹਿਣਾ ਵੀ ਜੇ ਸਾਡੇ ਵਸ ਦੀ ਗੱਲ ਹੋਵੇ ਨਾ, ਤੇ ਸਾਡਾ ਤੇ ਵਸ ਡਿੱਗਾ ਹੀ ਪਿਆ ਆ। ਸਾਡਾ ਤੇ ਵਸ ਹੁਣ ਵੀ ਖਤਮ, ਤੇ ਕੱਲ ਵੀ ਖਤਮ, ਤੇ ਅੱਜ ਵੀ ਖਤਮ। ਸਾਡਾ ਵਸ ਕਿੱਥੇ ਆ? ਜਦੋਂ ਸਾਡੀ ਜਿਹੜੀ ਗੱਲ ਨੂੰ ਜੀ ਕਰ ਆਇਆ, ਅਸੀਂ ਕਵਾਂਗੇ ਹੁਣ ਤੇ ਸਾਡਾ ਵਸ ਚੱਲਿਆ ਹੀ ਨਹੀਂ। ਆਪਾਂ ਤਾਂ ਬਹਾਨਾ ਭਾਲਦੇ ਆ। ਸ਼ਲੋਕ ਗੁਰੂ ਅਮਰਦਾਸ ਜੀ ਨੇ ਲਿਖਿਆ, ਮੈਂ ਕਹਿੰਦਾ ਵਸ ਵੀ ਗੁਰੂ ਵਾਲਾ ਹੀ ਲਈਏ। ਜਿੱਥੋਂ ਤੱਕ ਗੁਰੂ ਦਾ ਵਸ ਚੱਲਦਾ ਹੈ ਉੱਥੋਂ ਤੱਕ ਇਹਨੂੰ ਹੱਥ ਨਾ ਲਾਇਓ। ਤੇ ਗੁਰੂ ਦਾ ਵਸ ਮੁੱਕਦਾ ਨਹੀਂ ਆ। ਗੁਰੂ ਦਾ ਵਸ ਬਹੁਤ ਤਕੜਾ, ਬੜਾ ਮਜ਼ਬੂਤ ਆ। ਤੁਸੀਂ ਸਾਰਾ ਇਤਿਹਾਸ ਵੇਖੋ, ਆਰਿਆਂ ਥੱਲੇ ਬਹਿਣ ਵਾਲੇ, ਖੋਪਰੀਆਂ ਲਾਹੌਣ ਵਾਲੇ, ਦੇਗਾਂ 'ਚ ਬਹਿਣ ਵਾਲੇ। ਜੇ ਸਾਡੇ ਵਸ ਦੀ ਗੱਲ ਹੋਵੇ ਤੇ ਅਸੀਂ ਤਾਂ ਮੇਰੇ ਖਿਆਲ ਕਲਪ ਜਾਈਏ। ਅਸੀਂ ਤਾਂ ਇੰਨਾ ਬਰਦਾਸ਼ਤ ਕਿੱਥੇ ਕਰਾਂਗੇ। ਪਰ ਜਦੋਂ ਇਹ ਮਹਾਨ ਸਾਡੇ ਸੂਰਬੀਰ, ਸ਼ਹੀਦ, ਗੁਰਸਿੱਖ ਗੁਰੂ ਵਾਲਾ ਵਸ ਲੈ ਕੇ ਤੁਰਦੇ ਆ ਜ਼ਿੰਦਗੀ ਦੇ ਅੰਦਰ, ਤਾਂ ਉਹਦਾ ਥਾਂ ਨਹੀਂ ਪਾਇਆ ਜਾ ਸਕਿਆ। ਇੱਥੇ ਮਹਾਰਾਜ ਨੇ ਕਿਹਾ, ਝੂਠਾ ਮਦ ਮੂਲ ਨਾ ਕੀਚਈ ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਵਸ ਚੱਲਦਾ ਉੱਥੋਂ ਤੱਕ ਇਹ ਝੂਠਾ ਮਦ ਨਾ ਪੀਵੀਂ। ਤੇ ਮੈਂ ਕਹਿੰਦਾ ਸਾਨੂੰ ਆਪਣਾ ਵਸ ਛੱਡ ਕੇ ਗੁਰੂ ਵਾਲਾ ਵਸ ਵੇਖਣਾ ਚਾਹੀਦਾ। ਗੁਰੂ ਵਾਲਾ ਵਸ ਜਿੱਥੋਂ ਤੱਕ ਜਾਂਦਾ ਹੈ, ਇਹਨੂੰ ਝੂਠੇ ਮਦ ਨੂੰ ਆਪਣੀ ਜ਼ਿੰਦਗੀ ਵਿੱਚ ਨਾ ਲੈ ਕੇ ਆਈ, ਇਹਨੂੰ ਨਾ ਵਰਤੀ, ਨਾ ਪੀਵੀਂ। ਮਦ ਦਾ ਅਰਥ ਹੈ ਨਸ਼ਾ। ਠੀਕ ਹੈ ਨਾ ਜੀ। ਆਪਣਾ ਵਸ ਅਸੀਂ ਪਾਸੇ ਰੱਖ ਲਈਏ, ਅਸੀਂ ਗੁਰੂ ਵਾਲੇ ਵਸ ਨਾਲ ਚੱਲੀਏ। ਔਰ ਜਦੋਂ ਗੁਰੂ ਵਾਲਾ ਵਸ ਚੱਲੇਗਾ ਫਿਰ ਹਾਰਦੇ ਨਹੀਂ, ਫਿਰ ਅਸੀਂ ਵੱਧ ਤੋਂ ਵੱਧ ਪੂਰਾ ਜ਼ੋਰ ਤਾਣ ਲਾ ਕੇ ਅਸੀਂ ਲੜਦੇ ਹਾਂ ਔਰ ਮੁਕਾਬਲਾ ਕਰਦੇ ਹਾਂ। ਗੁਰੂ ਦੇ ਆਸਰੇ ਅਸੀਂ ਜਿੱਤ ਪ੍ਰਾਪਤ ਕਰ ਲੈਂਦੇ ਹਾਂ। ਹਾਂਜੀ। ਮਹਿਲਾ ਤੀਜਾ, ਇਹ ਜਗਤ ਜੀਵਤ ਮਰੈ, ਜਾਂ ਇਸ ਨੂੰ ਸੋਝੀ ਹੋਏ। ਜਾਂ ਤਿੰਨ ਸਵਾਲਿਆ ਤਾਂ ਸਵਰਿਆ, ਜਗਾਏ ਤਾਂ ਸ਼ੁੱਧ ਹੋਏ। ਸੁਧ ਹੋਏ। ਨਾਨਕ ਨਦਰ ਕਰੇ ਜੇ ਆਪਣੀ, ਸਤਿਗੁਰ ਮੇਲੈ ਸੋਏ। ਗੁਰ ਪ੍ਰਸਾਦ ਜੀਵਤ ਮਰੈ, ਤਾਂ ਫਿਰ ਮਰਨ ਨਾ ਹੋਏ। ਪੌੜੀ, ਜਿਸ ਦਾ ਕੀਤਾ ਸਭ ਕਿਛ ਹੋਵੈ, ਤਿਸ ਨੂੰ ਪਰਵਾਹ ਨਾਹੀ ਕਿਸੈ ਕੇਰੀ। ਹਰ ਜਿਉ ਤੇਰਾ ਦਿੱਤਾ ਸਭ ਕੋ ਖਾਵੈ, ਸਭ ਮੁਹਤਾਜੀ ਕੱਢੈ ਤੇਰੀ। ਜੇ ਤੁਧ ਨੂੰ ਸਾਲਾਹੇ, ਸੋ ਸਭ ਕਿਛ ਪਾਵੈ, ਜਿਸ ਨੂੰ ਕਿਰਪਾ ਨਿਰੰਜਨ ਕੇਰੀ। ਸੋਈ ਸ਼ਾ ਸੱਚਾ ਵਣਜਾਰਾ, ਜਿਨ ਵਖਰ ਲਗਿਆ ਹਰ ਨਾਮ ਮਨ ਤੇਰੀ। ਸਭ ਤਿਸੈ ਨੂੰ ਸਾਲਾਹਿਓ ਸੰਤੋ, ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ। ਸ਼ਲੋਕ ਕਬੀਰਾ, ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣੈ ਕੋਏ। ਐਸੀ ਮਰਣੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਅਸੀਂ ਇਹਨਾਂ ਸ਼ਲੋਕਾਂ ਦਾ ਜਦੋਂ ਵੀ ਪਾਠ ਕਰਦੇ ਆ ਜਾਂ ਸੁਣਦੇ ਆ ਤਾਂ ਸਾਡਾ ਧਿਆਨ ਸਿੱਧਾ ਇਦਾਂ ਜਾਂਦਾ ਹੈ ਕਿ ਕਬੀਰ ਸਾਹਿਬ ਸਰੀਰਕ ਮਰਨੇ ਦੀ ਗੱਲ ਕਰ ਰਹੇ ਆ। ਜਿਵੇਂ ਇੱਥੇ ਆਇਆ, ਕਬੀਰਾ ਮਰਤਾ ਮਰਤਾ ਸਭ ਜਗ ਮੁਆ, ਮਰ ਭੇ ਨਾ ਜਾਣੈ ਕੋਏ। ਜਾਂ ਫਿਰ ਅਸੀਂ ਪੜ੍ਹਦੇ ਹਾਂ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਤਾਂ ਇਹਨਾਂ ਸ਼ਲੋਕਾਂ ਦਾ ਜਦੋਂ ਵੀ ਅਸੀਂ ਪਾਠ ਕਰਦੇ ਹਾਂ, ਸਾਡੇ ਧਿਆਨ 'ਚ ਸਿੱਧਾ ਜਾਂਦਾ ਕਿ ਸਰੀਰਕ ਮਰਨੇ ਦੀ ਗੱਲ ਕਰ ਰਹੇ ਆ, ਵੀ ਲੋਕ ਤਾਂ ਮੌਤ ਤੋਂ ਡਰਦੇ ਆ ਤੇ ਮੈਂ ਮਰਨ ਨੂੰ ਤਿਆਰ ਹਾਂ, ਤੇ ਜਦੋਂ ਮਰ ਜਾਈਦਾ ਤੇ ਫੇਰ ਹੀ ਰੱਬ ਪਾਈਦਾ। ਇੱਕ ਗੱਲ ਦਾ ਅਸੀਂ ਪਹਿਲਾਂ ਧਿਆਨ ਰੱਖੀਏ ਕਿ ਇੱਕ ਆ ਮੌਤ ਆਪਣੇ ਹਿਸਾਬ ਨਾਲ ਕਿਸੇ ਘਟਨਾ ਕਾਰਨ
ਸਰੀਰ ਨੂੰ ਮੌਤ ਆ ਗਈ। ਇਹ ਕਿਹਾ ਕਿ ਅਸੀਂ ਰੱਬ ਨੂੰ ਮਿਲਣ ਲਈ ਮੌਤ ਨੂੰ ਤਾਂਘ ਰਹੇ ਹਾਂ ਤੇ ਫਿਰ ਮੌਤ ਨੂੰ ਆਪ ਗਲੇ ਲਾ ਰਹੇ ਹਾਂ। ਆਤਮ ਹੱਤਿਆ ਗੁਰਮਤ ਵਿੱਚ ਪ੍ਰਵਾਨ ਨਹੀਂ ਹੈ, ਕਾਇਰਤਾ ਹੈ, ਕਾਇਰਤਾ ਹੈ, ਕਮਜ਼ੋਰੀ ਹੈ ਬੰਦੇ ਦੀ। ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕੀਤਾ, ਸਗੋਂ ਮੈਂ ਤੁਹਾਡੇ ਸਾਹਮਣੇ ਅਰਥ ਪੜ੍ਹਦਾ ਇਸ ਸ਼ਲੋਕ ਦੇ। ਹੇ ਕਬੀਰ, ਮਰਦਾ ਮਰਦਾ ਉਂਝ ਤਾਂ ਸਾਰਾ ਸੰਸਾਰ ਮਰ ਰਿਹਾ, ਮਰਦਾ ਮਰਦਾ ਸਾਰਾ ਸੰਸਾਰ ਮਰ ਰਿਹਾ, ਵਿਸਰੈ ਮਰ ਜਾਉ ਸਾਰੇ ਹੀ ਹੋ ਰਿਹਾ, ਪਰ ਕਿਸੇ ਨੇ ਵੀ ਸੱਚੇ ਮਰਨ ਦੀ ਜਾਂਚ ਨਹੀਂ ਸਿੱਖੀ। ਸੱਚੇ ਮਰਨ ਦੀ ਇਰਤਸਾਬ ਸਿੰਘ ਜੀ ਕਰਦੇ ਆ, ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ, ਸੱਚੀ ਮੌਤ ਮਰਦਾ ਹੈ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ। ਔਰ ਭਗਤ ਕਬੀਰ ਸਾਹਿਬ ਜੀ ਦੇ ਇਸ ਸ਼ਲੋਕ ਦੀ ਵਿਆਖਿਆ ਅੱਗੇ ਗੁਰੂ ਅਮਰਦਾਸ ਜੀ ਨੇ ਆਪਣੇ ਸ਼ਲੋਕ ਰਾਹੀਂ ਕੀਤੀ ਆ, ਔਰ ਫਿਰ ਸਾਡਾ ਭੁਲੇਖਾ ਬਿਲਕੁਲ ਹੀ ਨਹੀਂ ਰਹਿਣਾ ਚਾਹੀਦਾ। ਹਾਂਜੀ, ਆਓ ਪਾਠ ਵੇਖਦੇ ਹਾਂ। महला तीजा, क्या जाना किद मरेंगे, कैसा मरना होए, जेकर साहिब मनो न विसरै, तां सहला मरना होए। ਹੁਣ ਜਦੋਂ ਕਿਸੇ ਮਰਗ ਦੇ ਭੋਗ ਤੇ ਬੈਠੇ ਹੋਈਏ ਤੇ ਭਾਈ ਸਾਹਿਬ ਕੀਰਤਨ ਕਰਨ ਤੇ ਉਹ ਵਾਰ-ਵਾਰ ਇੱਥੇ ਲਿਆਉਣ, ਸਥਾਈ ਪੜ੍ਹਨ ਨੂੰ, ਵਾਰ-ਵਾਰ ਟੇਕ ਬਣਾਉਣ, ਕਿਆ ਜਾਣਾ ਕਿਵੇਂ ਮਰਾਂਗੇ। ਤਾਂ ਹੁਣ ਕੋਈ ਮੌਤ ਇਦਾਂ ਦੀ ਹੋਈ ਹੋਵੇ, ਜਿਹੜਾ ਹਾਦਸਾ ਕੁਝ ਵਾਪਰਿਆ ਹੋਵੇ ਤੇ ਸਾਡੇ ਮਨ 'ਚ ਵਾਰ-ਵਾਰ ਵੈਰਾਗ ਉਛਾਲੇ ਮਾਰਦਾ, ਓਏ ਹੋਏ ਹੋਏ ਹੋਏ, ਆਹ ਮੌਤ ਇਦਾਂ ਹੋਈ, ਖਰੇ ਕੱਲ ਨੂੰ ਸਾਡੇ ਨਾਲ ਕੀ ਹੋਣਾ। ਉਹ ਵਾਰ-ਵਾਰ, ਔਰ ਸਾਰੇ ਅਸੀਂ ਵੈਰਾਗ ਨਾਲ ਭਰ ਜਾਂਦੇ ਹਾਂ, ਕਿਉਂਕਿ ਸਾਡੇ ਸਾਹਮਣੇ ਇੱਕ ਸਰੀਰਕ ਮੌਤ ਦਾ ਦ੍ਰਿਸ਼ ਹੈ। ਉਸ ਵੇਲੇ ਅਸੀਂ ਕਿਸੇ ਮੌਤ ਨੂੰ ਸੰਬੰਧਿਤ ਬੈਠੇ ਹਾਂ। ਇੱਥੇ ਮੈਂ ਅਰਥ ਦੇਖ ਰਿਹਾ ਸਾਂ ਤਾਂ ਅਰਥ ਪਤਾ ਕੀ ਆ ਰਿਹਾ, ਗੁਰੂ ਅਮਰਦਾਸ ਜੀ ਦਾ ਸ਼ਲੋਕ ਆ, ਦੇਖਿਓ ਧਿਆਨ ਨਾਲ। ਮੈਨੂੰ ਤਾਂ ਇਹ ਪਤਾ ਨਹੀਂ ਕਿ ਸੱਚਾ ਮਰਨਾ ਕੀ ਹੁੰਦਾ। ਉੱਤੇ ਅਸੀਂ ਕਬੀਰ ਸਾਹਿਬ ਦੇ ਸ਼ਲੋਕਾਂ 'ਚ ਜਦੋਂ ਅਰਥ ਪੜ੍ਹ ਰਹੇ ਸਾਂ ਤਾਂ ਉੱਥੇ ਅਸੀਂ ਪੜ੍ਹ ਰਹੇ ਸਾਂ, ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ। ਗੁਰੂ ਅਮਰਦਾਸ ਜੀ ਨੇ ਵਿਆਖਿਆ ਕਰਦਿਆਂ ਆਖਿਆ, ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ। ਤੇ ਪ੍ਰੋਫੈਸਰ ਸਾਹਿਬ ਅਰਥ ਕਰਦਿਆਂ ਕਹਿੰਦੇ ਆ, ਮੈਨੂੰ ਤਾਂ ਇਹ ਪਤਾ ਨਹੀਂ ਸੱਚਾ ਮਰਨਾ ਕੀ ਹੁੰਦਾ ਤੇ ਸਾਨੂੰ ਕਿਵੇਂ ਮਰਨਾ ਚਾਹੀਦਾ। ਅੱਗੇ ਫਿਰ ਕਹਿੰਦੇ ਆ, ਜੇ ਮਾਲਕ ਮਨੋਂ ਵਿਸਾਰੇ ਨਾ ਤਾਂ ਸੁਖਲਾ ਮਰਨਾ ਹੁੰਦਾ ਹੈ। ਫਿਰ ਬ੍ਰੈਕਟ ਵਿੱਚ ਕਹਿੰਦੇ ਆ, ਭਾਵ ਮਨੁੱਖ ਸੌਖਾ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ। ਮਾਇਆ ਵੱਲੋਂ ਮਰਨਾ, ਬੁਰਾਈ ਵੱਲੋਂ, ਔਗਣਾ ਵੱਲੋਂ ਮਰ ਜਾਣਾ, ਹਟ ਜਾਣਾ। ਤੇ ਆਪਾਂ ਕੱਲ ਵੀ ਪੜ੍ਹਿਆ ਸੀ, ਯਾਦ ਵੀ ਹੋਏਗਾ, ਸ਼ਬਦ ਮਰੋ ਫਿਰ ਜੀਵੋ ਸਦ ਹੀ। ਸ਼ਬਦ ਰਾਹੀਂ ਮਰ ਜਾਓ, ਤੇ ਮਰਨਾ ਕਿੱਥੋਂ ਹੈ? ਸ਼ਬਦ ਰਾਹੀਂ, ਵਿਕਾਰਾਂ ਵੱਲੋਂ, ਬੁਰਾਈ ਵੱਲੋਂ, ਮਾਇਆ ਵੱਲੋਂ। ਔਰ ਇਹ ਮੌਤ ਸਾਨੂੰ ਸਾਰਿਆਂ ਨੂੰ ਆਵੇ, ਇਹ ਮੌਤ ਸਾਨੂੰ ਸਾਰਿਆਂ ਨੂੰ ਆਵੇ। ਔਰ ਇੱਕ ਗੱਲ ਹੋਰ ਵੇਖਿਓ, ਜਦੋਂ ਜੇ ਇਸ ਗੱਲ ਦੀ ਸਮਝ ਲੱਗੀ ਹੋਵੇ ਤਾਂ ਇਹਨਾਂ ਸ਼ਲੋਕਾਂ ਨੂੰ ਸਾਹਮਣੇ ਰੱਖਦੇ ਆ ਇੱਕ ਗੱਲ ਹੋਰ ਵੇਖਿਓ। ਦੁਨੀਆ ਦੇ ਬਹੁਤ ਸਾਰੇ ਥਾਂ ਆ ਜਿੱਥੇ ਲੋਕ ਕੁਝ ਸਿੱਖਣ ਜਾਂਦੇ ਆ, ਬਹੁਤ ਸਾਰੇ ਥਾਂ ਆ, ਕੋਈ ਕੁਝ ਸਿੱਖਦਾ, ਕੋਈ ਕੁਝ ਸਿੱਖਦਾ, ਕੋਈ ਕੁਝ ਸਿੱਖਦਾ। ਠੀਕ ਹੈ ਨਾ ਜੀ, ਬਹੁਤ ਸਾਰੇ ਥਾਂ ਆ। ਦੁਨੀਆ 'ਚ ਬੜੇ ਅਦਾਰੇ ਆ ਜਿਹੜੇ ਕੁਝ ਨਾ ਕੁਝ ਸਿਖਾ ਰਹੇ ਆ। ਠੀਕ ਹੈ ਜੀ, ਜ਼ਿੰਦਗੀ ਜਿਉਣਾ ਸਿਖਾ ਰਹੇ ਆ। ਦੁਨੀਆ 'ਚ ਕੋਈ ਇੱਕ ਵੀ ਅਦਾਰਾ ਨਹੀਂ ਜਿਹੜਾ ਮਰਨਾ ਸਿਖਾਉਂਦਾ ਹੋਵੇ। ਔਰ ਉਹ ਸਿੱਖੋ, ਸਿਰਫ ਤੁਹਾਡੇ ਕੋਲ ਇੱਕ ਗੁਰੂ ਦਾ ਦਰ ਆ, ਜਿੱਥੇ ਗੁਰੂ ਆਵਾਜ਼ਾਂ ਮਾਰਦਾ, ਆਓ ਮਰਨਾ ਸਿਖਾਵਾਂ। ਤੇ ਆਹ ਮੌਤ, ਆਹ ਮਰਨਾ ਦੁਨੀਆ ਭਰ 'ਚ ਕਿਸੇ ਕੋਲ ਨਹੀਂ ਆ। ਇੱਕੋ ਹੀ ਮੌਤ ਆ, ਸਰੀਰ ਦੀ ਮੌਤ ਬਸ।
ਉਹ ਸਾਰਿਆਂ ਕੋਲ ਆ ਮਰਨਾ ਕਿਸੇ ਕੋਲ ਵੀ ਨਹੀਂ ਆ, ਜਿਹਨੂੰ ਅਰਥਾਂ 'ਚ ਅਸੀਂ ਪੜ੍ਹ ਰਹੇ ਸੱਚਾ ਮਰਨਾ, ਸੱਚਾ ਮਰਨਾ। ਔਰ ਸਤਿਗੁਰੂ ਕਹਿੰਦੇ ਨੇ ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਕਿੱਦਾਂ ਮਰਿਆ ਜਾ ਸਕਦਾ, ਮੌਤ ਕਿੱਦਾਂ ਦੀ ਆ। ਤੇ ਫਿਰ ਜਵਾਬ ਪਤਾ ਕੀ ਦਿੰਦੇ ਆ, ਜੇਕਰ ਸਾਹਿਬ ਮਨੋ ਨਾ ਵਿਸਰੈ, ਜੇਕਰ ਸਾਹਿਬ ਮਨ ਤੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਬੜੇ ਸੌਖੇ ਢੰਗ ਨਾਲ ਸਾਹਿਬ ਨੂੰ ਚਿੱਤ ਵਿੱਚ ਰੱਖ ਕੇ ਸੌਖੇ ਢੰਗ ਨਾਲ ਮਾਇਆ ਮੋਹ ਵੱਲੋਂ ਮਰਿਆ ਜਾ ਸਕਦਾ, ਹਟਿਆ ਜਾ ਸਕਦਾ। ਤੇ ਮਾਇਆ ਦਾ ਅਰਥ ਨਾਲ ਹੀ ਚੇਤੇ ਰੱਖਣਾ, ਕਰੰਸੀ ਨੋਟ ਨਹੀਂ। ਮਾਇਆ ਦਾ ਅਰਥ ਹੈ ਉਹ ਹਰ ਚੀਜ਼ ਜਿਹੜੀ ਸਾਨੂੰ ਸਾਡੇ ਕਿਰਦਾਰ ਤੋਂ ਡੇਗਦੀ ਆ। ਇਹ ਮਾਇਆ ਜਿੱਤ ਹਰ ਵਿਸਰੈ, ਉਹ ਹਰੇਕ ਚੀਜ਼ ਮਾਇਆ ਆ ਜਿਹੜੀ ਸਾਡੇ ਤੇ ਗੁਰੂ ਦੇ ਦਰਮਿਆਨ ਵਿੱਥ ਪਾਉਂਦੀ ਆ। ਹਾਂਜੀ। ਮਰਨਾ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਨਾਨਕ ਐਸੀ ਮਰਨੀ ਜੋ ਮਰੈ, ਤਾਂ ਸਦ ਜੀਵਨ ਹੋਏ। ਪੌੜੀ ਜਾਂ ਆਪ ਕਿਰਪਾਲ ਹੋਵੈ ਹਰ ਸੁਆਮੀ, ਤਾਂ ਆਪਣਾ ਨਾਮ ਹਰਿ ਆਪ ਜਪਾਵੈ। ਆਪੇ ਸਤਿਗੁਰ ਮੇਲ ਸੁਖ ਦੇਵੈ, ਆਪਣਾ ਸੇਵਕ ਆਪ ਹਰਿ ਭਾਵੈ। ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ, ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੈ। ਜੋ ਹਰ ਕਾ ਪਿਆਰਾ, ਸੋ ਸਭਨਾ ਕਾ ਪਿਆਰਾ। ਹੋਰ ਕੀਤੀ ਚੱਕ ਚੱਕ ਆਵੈ ਜਾਵੈ। ਸ਼ਲੋਕ ਮਹਿਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨ ਪਾਇਆ ਜਾਏ। ਅਗੰਮ ਅਗੋਚਰ ਅਤ ਵੱਡਾ, ਅਤੁਲ ਨ ਤੁਲਿਆ ਜਾਏ। ਕੀਮਤ ਕਿਨੈ ਨ ਪਾਈਐ, ਪਾਈਆ ਕਿਤੈ ਨਾ ਲਿਆ ਜਾਏ। ਗੁਰ ਕੈ ਸ਼ਬਦ ਭੇਦਿਆ, ਤਿਨ ਬਿਦ ਵਸਿਆ ਮਨ ਆਏ। ਨਾਨਕ ਆਪ ਅਮਿਓ ਹੈ, ਗੁਰ ਕਿਰਪਾ ਤੇ ਲਿਆ ਸਮਾਏ। ਆਪੇ ਮਿਲਿਆ ਮਿਲ ਰਿਹਾ, ਆਪੇ ਮਿਲਿਆ ਏ। ਮਹਿਲਾ ਤੀਜਾ। ਇਹ ਮਨ ਇਹ ਧਨ ਨਾਮ ਹੈ, ਜਿਤ ਸਦਾ ਸਦਾ ਸੁਖ ਹੋਏ। ਟੋਟਾ ਮੂਲ ਨ ਆਵਈ, ਲਾਹਾ ਸਦ ਹੀ ਹੋਏ। ਖਾਦੇ ਖਰਚਿਆਂ ਟੋਟ ਨ ਆਵਈ, ਸਦਾ ਸਦਾ ਉਹਦੇ। ਸੰਸਾ ਮੂਲ ਨ ਹੋਵਈ, ਆਣਤ ਕਦੇ ਨ ਹੋਏ। ਨਾਨਕ ਗੁਰਮੁਖ ਪਾਈਐ, ਜਾਕੋ ਨਦਰ ਕਰੇ। ਪੌੜੀ ਆਪੇ ਸਭ ਘਟ ਅੰਦਰੇ, ਆਪੇ ਹੀ ਬਾਹਰ। ਆਪੇ ਗੁਪਤ ਵਰਤਦਾ, ਆਪੇ ਹੀ ਜਾਹਰ। ਜੁਗ ਛਤੀ ਗੁਬਾਰ ਕਰ, ਵਰਤਿਆ ਸੁਨਾਹਰ। ਹੋਥੈ ਵੇਦ ਪੁਰਾਨ ਨਾ ਸ਼ਾਸਤਾ, ਆਪੇ ਹਰ ਨਰ ਹਰ। ਬੈਠਾ ਤਾੜੀ ਲਾਏ, ਆਪ ਸਭ ਭੂਮੀ ਬਾਹਰ। ਆਪਣੀ ਮਿਤ ਆਪ ਜਾਣਦਾ, ਆਪੇ ਹੀ ਗੋਹਰ। ਸ਼ਲੋਕ ਮਹਿਲਾ ਤੀਜਾ। ਹੋਮੈ ਵਿੱਚ ਜਗਤ ਮੁਆ, ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ, ਤਿਚਰ ਨਾ ਚੇਤਈ। ਕਿ ਕਰੇਗ ਅੱਗੇ ਜਾਏ। ਗਿਆਨੀ ਹੋਏ ਸੋਚ ਤਨ ਹੋਏ, ਅਗਿਆਨੀ ਅੰਧ ਕਮਾਏ।
ਨਾਨਕ ਏਥੈ ਕਮਾਵੈ ਸੋ ਮਿਲੈ ਅੱਗੇ ਪਾਏ ਜਾਏ। ਮਹਿਲਾ ਤੀਜਾ ਤੁਰ ਖਸਮੈ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲਿਆ ਅੰਤਰ ਰਬ ਰਿਆ ਸਦਾ ਰਿਆ ਲਿਵ ਲਾਏ। ਦਮ ਦਮ ਸਦਾ ਸੰਭਾਲਦਾ ਦਮ ਨ ਬਿਰਥਾ ਜਾਏ। ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ। ਨਾਨਕ ਇਹ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜ਼ਾਏ। ਪੌੜੀ ਆਪੇ ਦਾਨਾ ਬੀਨਿਆ ਆਪੇ ਪਰਦਾਨਾ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ। ਆਪੇ ਮੂਨੀ ਵਰਤਦਾ ਆਪੇ ਕਥੈ ਗਿਆਨਾ। ਪੌੜਾ ਕਿਸੈ ਨਾ ਲੱਗਈ ਸਭਨਾ ਹੀ ਭਾਣਾ। ਉਸਤਤ ਬਰਨ ਨਾ ਸਕੀਐ ਸਦ ਸਦ ਕੁਰਬਾਨਾ। ਸ਼ਲੋਕ ਮਹਿਲਾ ਪਹਿਲਾ। ਆ ਸ਼ਲੋਕ ਜਿਹੜਾ ਅਗਲਾ ਦਰਸ਼ਨ ਕਰ ਰਹੇ ਹੋ ਜੀ ਤੁਸੀਂ, ਕੋਸ਼ਿਸ਼ ਕਰਦੇ ਆ ਕਿਉਂਕਿ ਆਪਣੀ ਇਹ ਵਾਰ ਵੀ ਖਤਮ ਹੋਣੀ ਆ। ਔਰ ਆ ਸ਼ਲੋਕ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸਾਡੇ ਸਾਹਮਣੇ ਆ ਰਿਹਾ, ਸਿੱਧਾ ਭੂਤਾਂ ਤੇ ਆ ਰਿਹਾ। ਤਾਂ ਭੂਤ ਕਿੱਥੇ ਆ, ਭੂਤ ਕੌਣ ਆ, ਭੂਤ ਕਿੱਦਾਂ ਦੇ ਆ, ਇਸ ਸ਼ਲੋਕ ਚੋਂ ਆਪਾਂ ਦਰਸ਼ਨ ਕਰਦੇ ਹਾਂ ਜੀ। ਧਿਆਨ ਨਾਲ ਸੁਣਿਓ। ਹਾਂਜੀ। ਸ਼ਲੋਕ ਮਹਿਲਾ ਪਹਿਲਾ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੋਰੀ ਜੋ ਰੂਪ ਜਿਨ੍ਹਾਂ ਦਾ ਸਰਦਾਰ। ਹਾਂਜੀ ਬਿਲਕੁਲ, ਇਹਨੂੰ ਪਾਠ ਠੀਕ ਹੈ। ਇਦਾਂ ਆਪ ਜੀ ਨੇ ਬਿਲਕੁਲ ਇਦਾਂ ਹੀ ਰੱਖਣਾ ਆ। ਇਹਨੂੰ ਅਸੀਂ ਪਾਠ ਜ਼ੋਰ ਦੇ ਕੇ ਕਰ ਲੈਨੇ। ਅਸੀਂ ਪੜ੍ਹਦੇ ਹਾਂ ਜਿਨ੍ਹਾਂ ਦਾ ਅਵਤਾਰ। ਜਿਨ੍ਹਾਂ ਦਾ, ਇੱਥੇ ਜਿਨ੍ਹਾਂ ਦਾ ਨਹੀਂ ਹੈ, ਇੱਥੇ ਆ ਜਿਨ੍ਹਾਂ ਦਾ। ਜਿੰਨ ਭੂਤ। ਜੇ ਉੱਦਾਂ ਕੋਈ ਜਾਣਕਾਰੀ ਨਾ ਹੋਵੇ ਤੇ ਟੀਵੀ ਤੇ ਸੀਰੀਅਲ ਤਾਂ ਦੇਖੇ ਹੀ ਹੋਣੇ ਆ ਨਾ, ਉਹ ਬੋਤਲ ਚੋਂ ਨਿਕਲਦਾ ਜਿੰਨ। ਕੀ ਸੀਗਾ ਇੱਕ ਸੀਰੀਅਲ ਚੱਲਦਾ ਰਿਹਾ ਪਹਿਲਾਂ, ਅਲਾਦੀਨ ਦਾ ਚਿਰਾਗ, ਵੇਖਿਆ ਕਿੰਨਾ ਯਾਦ ਆ। ਤਾਂ ਉਹ ਅਲਾਦੀਨ ਦਾ ਚਿਰਾਗ ਜਿਹੜਾ, ਉਹਦੇ ਚੋਂ ਉਹ ਜਿੰਨ ਬਾਹਰ ਆ ਜਾਂਦਾ। ਤਾਂ ਉਸ ਜਿੰਨ ਦੀ ਗੱਲ ਹੋ ਰਹੀ, ਯਾਨੀ ਵੱਡੇ ਭੂਤ ਦੀ। ਇੱਥੇ ਮਹਾਰਾਜ ਨੇ ਜਿਹੜਾ ਪੱਖ ਸਾਡੇ ਸਾਹਮਣੇ ਰੱਖਿਆ, ਜੇ ਸਾਡਾ ਕਦਮ ਇਸ ਪਾਸੇ ਆ ਤਾਂ ਅਸੀਂ ਭੂਤ ਆ, ਜੇ ਸਾਡਾ ਕਦਮ ਇਸ ਪਾਸੇ ਨਹੀਂ ਤਾਂ ਅਸੀਂ ਭੂਤ ਨਹੀਂ ਆ। ਅਸੀਂ ਹੀ ਭੂਤ ਆ, ਹੋਰ ਕੋਈ ਭੂਤ ਨਹੀਂ ਆ। ਕੋਈ ਭੂਤ ਨਹੀਂ ਹੈ, ਨਾ ਕੋਈ ਭੂਤ ਹੁੰਦਾ ਆ, ਨਾ ਕੋਈ ਭੂਤ ਹੈ। ਇਹ ਸਾਰੇ ਵਹਿਮ ਆ। ਅਸਲ 'ਚ ਬਹੁਤ ਸਾਰੀਆਂ ਸਾਡੀਆਂ ਮਾਨਸਿਕ ਹਾਲਤਾਂ ਜਿਹੜੀਆਂ ਡਾਵਾਂ ਡੋਲ ਹੈ, ਉਹਨੂੰ ਲੁੱਟਣ ਵਾਲਿਆਂ ਨੇ ਭੂਤਾਂ ਦੇ ਨਾਂ ਦੇ ਕੇ ਤੇ ਸਾਨੂੰ ਗੁੰਮਰਾਹ ਕੀਤਾ ਹੋਇਆ। ਕੋਈ ਭੂਤ ਨਹੀਂ ਹੁੰਦਾ, ਕਿਤੇ ਕੋਈ ਭੂਤ ਨਹੀਂ ਆ। ਇੱਥੇ ਪਤਾ ਕੀ ਹੈ, ਕਲੀ ਅੰਦਰ। ਆ ਸ਼ਬਦ ਧਿਆਨ ਰੱਖਿਓ, ਕਲੀ ਅੰਦਰ। ਕਲੀ ਦਾ ਅਰਥ ਹੈ ਕਲਯੁਗ। ਨਾਲ ਕੌਮਾ ਲਾ ਕੇ ਬ੍ਰੈਕਟ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕਰਦਿਆਂ ਕਿਹਾ ਵਿਕਾਰੀ ਜੀਵਨ। ਕਲਯੁਗ ਦਾ ਅਰਥ ਹੈ ਵਿਕਾਰੀ ਜੀਵਨ। ਉਹ ਯੁੱਗ, ਉਹ ਜੀਵਨ ਜਿਹਦੇ ਚ ਕਾਲਿਆ ਕਲੇਸ਼ ਆ, ਜਿਹਦੇ ਚ ਵਿਕਾਰ ਆ। ਨਾ ਕੋਈ ਸਤਜੁਗ, ਦੁਆਪਰ, ਤ੍ਰੇਤਾ, ਕਲਯੁਗ ਹੁੰਦਾ ਜੇ, ਇਹ ਚੇਤਾ ਰੱਖ ਲਿਓ। ਕੋਈ ਕਲਯੁਗ ਨਹੀਂ ਹੁੰਦਾ। ਔਰ ਇਹਦੇ ਤੇ ਅਸੀਂ ਕੱਲ ਨੂੰ ਕਲਯੁਗ ਜਾਂ ਇਹਦੇ ਬਾਰੇ ਫੇਰ ਵਿਚਾਰ ਕਰ ਲਾਂਗੇ। ਅਸੀਂ ਇੱਥੇ ਕਰ ਰਹੇ ਹਾਂ ਕਲੀ ਅੰਦਰ, ਵਿਕਾਰੀ ਜੀਵਨ ਵਿੱਚ, ਵਿਕਾਰਾਂ ਵਿੱਚ, ਕਲਯੁਗ ਵਿੱਚ ਜਿਨ੍ਹਾਂ ਦਾ ਅਵਤਾਰ। ਅਵਤਾਰ ਜਿਨ੍ਹਾਂ ਦਾ ਆ।
ਕਲੀ ਵਿੱਚ, ਜਿਹੜੇ ਕਲਯੁਗ ਦੇ ਵਿੱਚ ਕਲੀ ਵਿੱਚ ਵੜਦੇ ਆ, ਇਹ ਜੈਨੀ ਵੜਦੇ ਆ। ਭੂਤਾਂ ਦਾ ਅਵਤਾਰ ਕਾਲ ਵਿੱਚ ਆ, ਕਾਲ ਵਿੱਚ। ਕਹਿੰਦੇ ਜੇ ਧੀ ਨੇ ਪੈਰ ਰੱਖਿਆ ਜਾਂ ਪੁੱਤ ਨੇ ਪੈਰ ਰੱਖਿਆ, ਬਸ ਇਦਾਂ ਕਹਿ ਲੋ ਵੱਡਾ ਭੂਤ, ਤੇ ਧੀ ਪੁੱਤ ਨੇ ਪੈਰ ਰੱਖਿਆ ਛੋਟਾ ਭੂਤ, ਛੋਟੀ ਭੂਤਨੀ ਹੈ। ਜੇ ਵਿਕਾਰਾਂ 'ਚ ਪੈਰ ਰੱਖ ਰਹੇ ਨੇ, ਕਾਲ ਵਿੱਚ ਪੈਰ ਰੱਖ ਰਹੇ ਨੇ, ਅਵਤਾਰ ਕਾਲ ਵਿੱਚ ਲੈ ਰਹੇ ਨੇ, ਤਾਂ ਇਹ ਭੂਤ ਹੀ ਆ। ਹਾਂ, ਕੋਈ ਵੱਡਾ ਹੋ ਸਕਦਾ, ਕੋਈ ਛੋਟਾ ਹੋ ਸਕਦਾ, ਕੋਈ ਜ਼ਿਆਦਾ ਆ, ਕੋਈ ਥੋੜਾ ਆ, ਹੈ ਭੂਤ ਆ, ਹੈ ਭੂਤ ਆ। ਜ਼ੋਰੂ ਜਿੰਨਾਂ ਦਾ ਸਿਕਦਾਰ, ਜ਼ੋਰੂ ਇਸਤਰੀ, ਜੇ ਇਸਤਰੀ ਵੀ ਵਿਕਾਰਾਂ ਵਾਲੇ ਪਾਸੇ ਨੂੰ ਝੁਕਾਅ ਰੱਖ ਰਹੀ ਆ, ਤਾਂ ਇਹ ਵੀ ਇਹਨਾਂ ਭੂਤਾਂ ਦੀ ਸਰਦਾਰ ਆ, ਇਹਨੂੰ ਵੀ ਪਾਸੇ ਨਹੀਂ ਰੱਖਿਆ ਜਾ ਸਕਦਾ। ਤਾਂ ਸਾਰੇ ਆ ਗਏ। ਹੋਰ ਦੇਖੋ, ਮਹਾਰਾਜ ਨੇ ਇੱਕ ਥਾਂ ਹੋਰ ਵੀ ਕਿਹਾ, ਸਤਿਗੁਰੂ ਆਖਦੇ ਆ, ਕਲ ਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ। ਜਿਨ੍ਹਾਂ ਨੇ ਰਾਮ ਨਹੀਂ ਪਛਾਣਿਆ, ਉਹ ਸਾਰੇ ਹੀ ਪ੍ਰੇਤ ਆ। ਤਾਂ ਰੱਬ ਨੂੰ ਮੁਰਦਿਆਂ ਦੇ ਬਾਰੇ ਜਾਣਨ ਦੀ ਗੱਲ ਹੈ, ਮੁਰਦੇ ਥੋੜਾ ਮੁਰਦਿਆਂ ਦੇ, ਉਹਨਾਂ ਭੂਤਾਂ ਦਾ ਕਿੱਥੇ ਜ਼ਿਕਰ ਆ ਰਿਹਾ। ਕਬੀਰ ਸਾਹਿਬ ਦਾ ਸ਼ਲੋਕ, ਕਬੀਰ ਜਿਹੇ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੀਂ। ਜਿੱਥੇ ਗੁਰੂ ਦੀ ਅਕਾਲ ਪੁਰਖ ਦੀ ਗੱਲ ਨਹੀਂ ਹੋ ਰਹੀ, ਜਿਸ ਘਰ 'ਚ, ਹਿਰਦਾ ਘਰ, ਕਬੀਰ ਜਿਹੇ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੀਂ। ਤੇ ਘਰ ਮਰਹਟ ਸਾਰਖੇ, ਉਹ ਸ਼ਮਸ਼ਾਨ ਘਾਟ ਵਰਗੇ ਘਰ ਨੇ, ਭੂਤ ਬਸੇ ਤਿੰਨ ਮਾਹੇ, ਉੱਥੇ ਭੂਤ ਵਸਦੇ ਆ। ਜਿੱਥੇ ਗੁਰੂ ਦੀ ਗੱਲ, ਅਕਾਲ ਪੁਰਖ ਦੀ ਗੱਲ ਨਹੀਂ ਹੋ ਰਹੀ, ਉਹ ਘਰ ਸ਼ਮਸ਼ਾਨ ਘਾਟ ਆ, ਤੇ ਉੱਥੇ ਭੂਤ ਰਹਿੰਦੇ ਆ। ਇਹਦਾ ਮਤਲਬ ਸਾਨੂੰ ਕਿੰਨਾ ਕੁਝ ਸੋਚਣ ਦੀ ਲੋੜ ਆ, ਸਾਨੂੰ ਕਿੰਨਾ ਕੁਝ ਠੀਕ ਕਰਨ ਦੀ ਲੋੜ ਆ। ਤੇ ਜੇ ਸਾਡਿਆਂ ਘਰਾਂ ਚੋਂ ਗੁਰੂ ਦੀ ਗੱਲ, ਅਕਾਲ ਪੁਰਖ ਦੀ ਸਿਫਤ ਸਲਾਹ ਦੀ ਗੱਲ ਛੁੱਟ ਰਹੀ ਆ, ਨਿਕਲ ਰਹੀ ਆ, ਤਾਂ ਖਿਮਾ ਕਰਿਓ, ਸਾਡੇ ਘਰ ਘਰ ਨਹੀਂ ਸ਼ਮਸ਼ਾਨ ਘਾਟ ਵਰਗੇ ਕਬੀਰ ਸਾਹਿਬ ਨੇ ਕਹਿਤਾ। ਇਹਨਾਂ ਘਰਾਂ ਅੰਦਰ ਬੰਦੇ ਨਹੀਂ ਰਹਿੰਦੇ, ਇਹਨਾਂ ਘਰਾਂ 'ਚ ਭੂਤ ਰਹਿੰਦੇ ਆ। ਭੂਤ ਬਸਿਆ ਤਿੰਨ ਮਾਹੇ। ਤੋਂ ਮਰਨ ਤੋਂ ਬਾਅਦ ਵਾਲੇ ਭੂਤਾਂ ਦਾ ਕੋਈ ਡਰ ਨਹੀਂ, ਕੋਈ ਰੌਲਾ ਨਹੀਂ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਲੋਕਾਂ ਨੇ ਬਣਾ ਕੇ ਸਾਡੇ ਦਿਮਾਗ 'ਚ ਫਿੱਟ ਕੀਤੀਆਂ, ਤੇ ਅਸੀਂ ਡਰਦੇ ਰਹਿੰਦੇ ਹਾਂ ਤੇ ਲੁੱਟ ਕਰਵਾਉਂਦੇ ਰਹਿੰਦੇ ਹਾਂ। ਅਸਲ 'ਚ ਬਹੁਤ ਸਾਰੇ ਸਾਡੇ ਮਾਨਸਿਕ ਵਿਗਾੜ ਆ, ਜਿਹੜੇ ਅਸੀਂ ਭੂਤਾਂ ਦੇ ਨਾਂ ਤੇ ਫੜ ਲੈਂਦੇ ਹਾਂ ਤੇ ਲਗਾਤਾਰ ਉਲਝਦੇ ਰਹਿੰਦੇ ਹਾਂ। ਹਾਂਜੀ। ਮਹਿਲਾ ਪਹਿਲਾ ਹਿੰਦੂ ਕੇ ਭੁੱਲੇ ਟੁੱਟੀ ਜਾਂਦੀ, ਨਾਰਦ ਕਹਿਆ ਸੇ ਪੂਜ ਕਰਾਂਗੀ। ਅੰਧੇ ਗੂੰਗੇ ਅੰਧ ਅੰਧਾਰ, ਪਾਤਲ ਕੇ ਪੂਛੈ ਮੁਗਧ ਗਵਾਰ। ਉਹ ਜਾਂ ਆਪ ਡੁੱਬੇ ਤੁਮ ਕਹਾਂ ਕਰਨਹਾਰ। ਕਈ ਵਾਰ ਸਾਨੂੰ ਲੱਗਦਾ ਹੈ ਵੀ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ, ਜਾਂ ਕਹਿਣਾ ਨਹੀਂ ਚਾਹੀਦਾ, ਜਾਂ ਇਦਾਂ ਸਮਝਣਾ ਨਹੀਂ ਚਾਹੀਦਾ, ਜਾਂ ਇਦਾਂ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਵੀ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਆ, ਜਾਂ ਇਦਾਂ, ਹੈ ਨਾ, ਨਹੀਂ ਪਹੁੰਚਾਉਣੀ ਚਾਹੀਦੀ। ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ, ਕਿਸੇ ਦੇ ਮਨ ਨੂੰ ਤੋੜਨਾ ਨਹੀਂ ਚਾਹੀਦਾ। ਦਿਲ 'ਚ ਠੇਸ ਕਿਸੇ ਦੇ ਪਹੁੰਚੇ, ਕੰਨ ਨੂੰ ਪਹੁੰਚੇ। ਪਰ ਜਦੋਂ ਗੁਰੂ ਦੀ ਗੱਲ ਆਵੇ, ਫਿਰ ਗੁਰੂ ਦੀ ਗੱਲ ਤਾਂ ਸਾਨੂੰ ਸੁਣਨੀ ਪਏਗੀ ਨਾ। ਹੁਣ ਕਿਸੇ ਨੂੰ ਮਾੜਾ ਨਾ ਕਹੋ, ਸਾਨੂੰ ਹੱਕ ਵੀ ਨਹੀਂ ਕਹਿਣ ਦਾ, ਪਰ ਜਦੋਂ ਗੁਰੂ ਕਵੇ ਫਿਰ ਸਾਨੂੰ ਨਾਲ ਕਹਿਣਾ ਤੇ ਪਏਗਾ ਨਾ। ਆ ਸ਼ਲੋਕ ਤੁਹਾਡੇ ਸਾਹਮਣੇ ਆ, ਹਿੰਦੂ ਮੂਲੇ ਭੁੱਲੇ, ਮੂਲ ਤੋਂ ਭੁੱਲੇ ਆ, ਅਖੁੱਟੀ ਜਾਹੀ, ਇਹ ਖੁੰਝੇ ਹੀ ਜਾ ਰਹੇ ਆ, ਕੁਰਾਏ ਪਏ ਤੇ ਕੁਰਾਏ ਪਏ ਹੀ ਜਾ ਰਹੇ ਆ। ਨਾਰਦ ਕਹਿਆ, ਬ੍ਰਾਹਮਣ ਨੇ ਜੋ ਕਹਿਤਾ, ਸੇ ਪੂਜ ਕਰਾਹੀ, ਉਹ ਪੂਜੀ ਜਾਂਦੇ ਆ। ਔਰ ਨਾਲ ਵੇਖੋ ਕਿੰਨੀ ਸਖਤ ਤਾੜਨਾ ਮਹਾਰਾਜ ਨੇ ਆਖਿਆ, ਅੰਧੇ ਗੁੰਗੇ ਅੰਧ ਅੰਧਾਰ। ਇਹ ਘੁੱਪ ਹਨੇਰੇ 'ਚ ਡੁੱਬੇ ਹੋਏ ਆ, ਇਹ ਅੰਨੇ ਵੀ ਆ ਤੇ ਗੁੰਗੇ ਵੀ ਆ, ਨਾ ਇਹ ਬੋਲਣ ਜੋਗੇ ਨਾ ਇਹ ਸੁਣਨ ਜੋਗੇ, ਇਹਨਾਂ ਨੂੰ ਦਿਸਦਾ ਵੀ ਕੱਖ ਨਹੀਂ।
ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੈ ਪੂਜੈ ਮੁਗਧ ਗਵਾਰ। ਇਹ ਪੱਥਰ ਲੈ ਕੇ ਪੂਜ ਰਹੇ ਮੂਰਖ। ਫਿਰ ਮਹਾਰਾਜ ਨੇ ਅਖੀਰ ਤੇ ਕਿਹਾ, ਉਹ ਜਾਂ ਆਪ ਡੁੱਬੇ। ਉਹ ਪੱਥਰ ਜਦੋਂ ਆਪ ਡੁੱਬ ਜਾਂਦੇ ਆ, ਤੁਮ ਕਹਾਂ ਤਰਨਹਾਰ, ਤੁਹਾਨੂੰ ਕਿਵੇਂ ਤਾਰ ਦੇਣਗੇ? ਉਹ ਪੱਥਰ ਆਪ ਡੁੱਬ ਜਾਂਦੇ ਪਾਣੀ 'ਚ, ਤੁਹਾਨੂੰ ਕਿਵੇਂ ਤਾਰ ਦੇਣਗੇ? ਦੂਜੀ ਗੱਲ, ਜਿਹੜੇ ਮੂਰਤੀਆਂ ਜਾਂ ਜਿਹੜੇ ਪੱਥਰ ਘੜ ਕੇ ਜਿਹੜੇ ਦੇਵਤਿਆਂ ਦੇ ਤੁਸੀਂ ਨਾਂ ਦਿੱਤੇ, ਫਲਾਨਾ ਦੇਵਤਾ ਫਲਾਨਾ ਦੇਵਤਾ, ਤੁਸੀਂ ਪੱਥਰ ਘੜ ਲਏ, ਇਹ ਵਿਚਾਰੇ ਆਪ ਹੀ ਡੁੱਬੇ ਹੋਏ ਸੀ। ਇਹ ਆਪ ਹੀ ਡੁੱਬੇ ਹੋਏ ਸੀ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਇਹ ਤੇ ਵਿਚਾਰੇ ਆਪ ਰੋਗੀ, ਇਹ ਤੇ ਆਪ ਡੁੱਬੇ ਹੋਏ ਸੀ। ਤੁਸੀਂ ਕੀ ਲੈਣਾ ਇਹਨਾਂ ਕੋ ਬਣਾ ਕੇ? ਇਹਨਾਂ ਅੱਗੇ ਨੱਕ ਰਗੜ ਕੇ ਤੁਸੀਂ ਕੀ ਲੈਣਾ? ਤੇ ਇਹ ਮੈਂ ਨਹੀਂ ਕਹਿ ਰਿਹਾ, ਇਹ ਸਤਿਗੁਰੂ ਦੀ ਬਾਣੀ ਕਹਿ ਰਹੀ ਆ। ਤੋ ਸਾਨੂੰ ਇਦਾਂ ਦੀਆਂ ਆ ਜਿਹੜੀਆਂ ਗੱਲਾਂ ਮਹਾਰਾਜ ਨੇ ਬਹੁਤ ਪਤੇ ਦੀਆਂ ਸਾਡੇ ਪੱਲੇ ਪਾਈਆਂ, ਔਰ ਅਸੀਂ ਆਪਣੇ ਵਿਰਸੇ ਨੂੰ ਛੱਡ ਕੇ ਕਈ ਵਾਰੀ ਐਵੇਂ ਹੀ ਇੱਕ ਦੂਜੇ ਦੇ ਪਿਛਲੱਗ ਬਣ ਜਾਂਦੇ ਆ ਤੇ ਤੁਰ ਪੈਂਦੇ ਆ ਕਿ ਨਹੀਂ ਜੀ ਨਹੀਂ ਠੀਕ ਹੈ ਜੀ, ਨਹੀਂ ਠੀਕ ਹੈ ਜੀ। ਪਰ ਆਹ ਪੱਖ ਵੀ ਤੇ ਸਾਨੂੰ ਚੇਤੇ 'ਚ ਰੱਖਣੇ ਪੈਣੇ ਆ, ਤਾਂ ਹੀ ਅਸੀਂ ਨਿਰਾਲੇ ਤੇ ਨਵੇਕਲੇ ਰਹਿ ਸਕਦੇ ਆ, ਤਾਂ ਹੀ ਅਸੀਂ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦੇ ਆ, ਜੀਵਨ ਨੂੰ ਸਫਲ ਕਰ ਸਕਦੇ ਆ, ਤਾਂ ਹੀ ਸਾਡਾ ਅੰਧਕਾਰ ਜੀਵਨ 'ਚੋਂ ਦੂਰ ਹੋਏਗਾ, ਜੇ ਅਸੀਂ ਸਤਿਗੁਰੂ ਦੇ ਇਹਨਾਂ ਹੁਕਮਾਂ ਨੂੰ ਵੀ ਧਿਆਨ 'ਚ ਰੱਖਾਂਗੇ। ਹਾਂਜੀ। पौड़ी सब कह तेरे बस है, तू सच्चा शाह, भगत रते रंग एक कै पूरा वेसा, अमृत भोजन नाम हर, रज रज जन खा, सब पदार्थ पायन पाईयन, सिमरन सच ला, संत प्यारे पार ब्रह्म, नानक हर अगम अगा। श्लोक महला तीजा, सब किछ हुक्मे आमदा, सब किछ हुक्मे जाए, जे को मूर्ख आपो जाने, अंधा अंध कमाए। नानक हुक्म को गुरमुख बूझै, जिसनु कृपा करे रजाए। महला तीजा, सो जोगी जुगत सो पाए, जिसनु गुरमुख नाम प्राप्त हुए। तिस जोगी की नगरी सब को बसै, पेखी जोग ना होए। नानक ऐसा विरला को जोगी, जिस कट प्रगट होए। पौड़ी आपे जंत उपायन, आपे आधार, आपे सुखम पालिय, आपे पासार। आप एकांती होए रहै, आपे वट परवार। नानक मंगै दान हार, संतां रे नार। होर दातार न सुझई, तूं देवनहार। नानक मंगै दान हार, संतां रे नार। होर दातार न सुझई, तूं देवनहार। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਨੂੰ